ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਆਸ਼ਿਕ ਕਹਿਤ ਚਰਨਜੀਵ ਸੁਤ ਹੋਹੈ ਤੋਹੈ। ਕੁਸ਼ਲ ਪ੍ਰਸ਼ਨ ਕਰ ਗੋਦ ਮੈਂ ਬਿਠਾਇਓ ਹੈ। ਇਤਨੇ ਮੈਂ ਸਤਿਗੁਰ ਦਾਸ ਕੋ ਪਠਾਇਓ ਤਹਾਂ। ਲਿਆਏ ਕਰ ਪ੍ਰਿਥੀਏ ਕੇ ਪਾਏ ਪਰ ਪਾਇਓ ਹੈ। ਆਸ਼ਿਕ ਕਹਿਤ ਚਰਨਜੀਵ ਸੁਤ ਹੋਹੈ ਤੋਹੇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਨ ਸੰਗਤ ਜੀ, ਆਪ ਜੀ ਹਰ ਰੋਜ਼ ਹੀ ਪਿਆਰ ਦੇ ਨਾਲ ਬੈਠ ਕੇ ਗੁਰੂ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਦੇ ਹੋ। ਹਜ਼ੂਰ ਮਹਾਰਾਜ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 3 ਸਾਲ ਬਡਾਲੀ ਦੇ ਵਿੱਚ ਰਹੇ ਹਨ ਜੀ। 3 ਸਾਲ ਤੋਂ ਬਾਅਦ ਹਜ਼ੂਰ ਮਹਾਰਾਜ ਅੰਮ੍ਰਿਤਸਰ ਆਏ ਜੀ। ਉਹ ਤੁਸੀਂ ਸਾਰੀ ਕਥਾ ਸੁਣੀ ਹੈ। ਦੇਵਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੈ, ਮਾਤਾ ਜੀ ਜਾਗੇ ਤੇ ਇੱਕਦਮ ਹੀ ਸਾਰੇ ਦੇਵਤੇ ਚਲੇ ਗਏ। ਮਾਤਾ ਜੀ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਚੋਰ ਹਨ। ਮਾਤਾ ਜੀ ਨੇ 6ਵੇਂ ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਆਖਿਆ, ਮਹਾਰਾਜ
ਅਸੀਂ ਵਡਾਲੀ ਦੇ ਵਿੱਚ ਨਹੀਂ ਰਹਿਣਾ, ਮਹਾਰਾਜ ਵਡਾਲੀ ਦੇ ਵਿੱਚੋਂ ਚੱਲੋ। ਮਹਾਰਾਜ ਕਹਿਣ ਲੱਗੇ ਗੰਗਾ ਜੀ ਚਲੇ ਤੇ ਅਸੀਂ ਜਾਵਾਂਗੇ, ਪਰ ਸਾਡੀ ਇੱਕ ਗੱਲ ਧਿਆਨ ਨਾਲ ਸੁਣ ਲਓ, ਉਹ ਇਹ ਹੈ ਹਰਗੋਬਿੰਦ ਸਾਹਿਬ ਜਿੱਥੇ ਜਾਣਗੇ ਉਹਨਾਂ ਦੇ ਰਾਖੇ ਵਾਹਿਗੁਰੂ ਜੀ ਹਨ। ਇਹ ਮਤ ਸੋਚਿਓ ਵੀ ਅਸੀਂ ਚੋਰਾਂ ਕਰਕੇ ਇੱਥੋਂ ਚੱਲੇ ਆ, ਨਹੀਂ। ਮਹਾਰਾਜ ਕਹਿਣ ਲੱਗੇ ਇਹ ਜਿੱਥੇ ਜਾਣਗੇ ਇਹਨਾਂ ਦੇ ਰਾਖੇ ਵਾਹਿਗੁਰੂ ਜੀ ਆਪ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਸਮਾਨ ਬਣਵਾਇਆ। ਮਾਤਾ ਜੀ ਤੇ ਹਰਗੋਬਿੰਦ ਸਾਹਿਬ ਜੀ ਉਹ ਇੱਕ ਰੱਥ ਵਿੱਚ ਬੈਠੇ ਹੈ, ਗੁਰੂ ਜੀ ਪਾਲਕੀ ਵਿੱਚ ਬੈਠੇ ਹੈ। ਵਡਾਲੀ ਤੋਂ ਫਿਰ ਸਹਿਜੇ ਸਹਿਲ ਦੇ ਚਲਦਿਆਂ ਚਲਦਿਆਂ ਰਾਮਦਾਸਪੁਰ ਵਿੱਚ ਆਏ ਹਨ ਜੀ। ਤੁਸੀਂ ਸੁਣਿਆ ਜਦੋਂ ਅੰਮ੍ਰਿਤਸਰ ਆਏ ਹੈ, ਗੁਰੂ ਕੀਆਂ ਸੰਗਤਾਂ ਨੇ ਬੜਾ ਚਾਅ ਕੀਤਾ ਹੈ, ਸ਼ਬਦ ਪੜ੍ਹੇ ਹੈ, ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਕੀਤਾ ਹੈ। ਹਜ਼ੂਰ ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਸਾਹਿਬਜ਼ਾਦਾ ਜੀ ਨੂੰ ਨਾਲ ਲੈ ਕੇ, ਮਾਤਾ ਗੰਗਾ ਜੀ ਨੂੰ ਨਾਲ ਲੈ ਕੇ, ਹੱਥ ਵਿੱਚ ਪ੍ਰਸ਼ਾਦ ਲੈ ਕੇ, ਨੰਗੇ ਪੈਰ ਚੱਲ ਕੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਗਏ ਹਨ ਜੀ। ਕਿੰਨਾ ਹਰਿਮੰਦਰ ਸਾਹਿਬ ਜੀ ਦਾ ਅਦਬ ਸਤਿਕਾਰ ਜਿਹੜਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ। ਇਹ ਕੱਲ੍ਹ ਆਪ ਜੀ ਨੇ ਸੁਣਿਆ ਜੀ। ਗੁਰੂ ਸਾਹਿਬ ਜੀ ਹਰਿਮੰਦਰ ਸਾਹਿਬ ਜੀ ਦੀਆਂ 3 ਪਰਿਕਰਮਾਵਾਂ ਕਰਦੇ ਹਨ ਜੀ। ਤੇ ਕੱਲ੍ਹ ਤੁਸੀਂ ਸੁਣਿਆ ਫਿਰੇ ਹੈ ਪਰਿਕਰਮਾ 3 ਅਧਿਕ ਅਧੀਨ ਹੋਏ। ਜਦੋਂ ਮਹਾਰਾਜ ਪਰਿਕਰਮਾ ਦੇ ਵਿੱਚ ਚੱਲ ਰਹੇ ਹਨ ਨਾ, ਗੁਰੂ ਸਾਹਿਬ ਬਹੁਤੀ ਨਿਮਰਤਾ ਨਾਲ ਚੱਲ ਰਹੇ ਤੇ ਬੜੇ ਸਤਿਕਾਰ ਨਾਲ ਚੱਲ ਰਹੇ ਨੇ ਜੀ। ਬਹੁਤ ਵਾਰ ਵੇਖੀਦਾ, ਮੈਂ ਕੱਲ੍ਹ ਵੀ ਬੇਨਤੀ ਕੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਲੋਕ ਇਸ ਤਰ੍ਹਾਂ ਤੁਰਦੇ ਜਿਵੇਂ ਪਿਕਨਿਕ 'ਤੇ ਆਏ ਹੁੰਦੇ ਨੇ ਜੀ। ਉਹ ਬੜਾ ਮਹਾਨ ਅਸਥਾਨ ਹੈ, ਬੜਾ ਪਵਿੱਤਰ ਅਸਥਾਨ ਹੈ। ਉੱਥੇ ਤੁਰਨਾ, ਬੈਠਣਾ, ਬੋਲਣਾ ਸਾਰਾ ਕੁਝ ਬੰਦੇ ਦਾ ਸੰਜਮ ਵਿੱਚ ਹੋਣਾ ਚਾਹੀਦਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕੁਝ ਸਮਾਂ ਪਰਿਕਰਮਾ ਦੇ ਵਿੱਚ ਬੈਠੇ ਜੀ। ਫਿਰ ਮਹਾਰਾਜ ਨੇ ਨਿਮਰਤਾ ਦੀ ਹੱਦ ਕਰਕੇ ਵਿਖਾਈ ਜੀ। ਦਿਨ ਰਾਤ ਬਾਬਾ ਪ੍ਰਿਥੀਆ ਜੀ ਗੁਰੂ ਅਰਜਨ ਸਾਹਿਬ ਦੇ ਪੁੱਤਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦਾ ਯਤਨ ਕਰਨ ਦੇ ਨੇ ਜੀ। ਕਦੀ ਦਾਈ ਭੇਜਿਆ, ਕਦੀ ਸਪੇਰਾ ਭੇਜਿਆ, ਕਦੀ ਖਿਡਾਵੇ ਨੂੰ ਭੇਜਿਆ, ਪਰ ਸ੍ਰੀ ਗੁਰੂ ਅਰਜਨ ਸਾਹਿਬ ਸਭ ਕੁਝ ਭੁਲਾ ਕੇ ਆਪਣੇ ਮਨ ਵਿੱਚ ਫੁਰਨਾ ਬਣਾਉਂਦੇ ਹੈ। ਬਾਬਾ ਪ੍ਰਿਥੀਆ ਜੀ ਸਾਡੇ ਵੱਡੇ ਭਰਾ ਨੇ, ਉਹਨਾਂ ਕੋਲ ਵੀ ਜਾਣਾ ਚਾਹੀਦਾ ਹੈ ਜੀ। ਕਿੰਨੀ ਵੱਡੀ ਨਿਮਰਤਾ। ਕੱਲ੍ਹ ਵੀ ਬੇਨਤੀ ਕੀਤੀ ਸੀ, ਇੰਨੀ ਨਿਮਰਤਾ ਗੁਰੂ ਸਾਹਿਬ ਹੀ ਰੱਖ ਸਕਦੇ ਹੈ, ਬੰਦਾ ਨਹੀਂ ਰੱਖ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਗਿਣ ਗਿਣ ਬਦਲੇ ਲੈਣ ਬਾਰੇ ਤੇ ਸੋਚ ਸਕਦਾ ਹੈ, ਨਿਮਰਤਾ ਰੱਖਣ ਬਾਰੇ ਨਹੀਂ ਸੋਚਦਾ ਜੀ। ਨਿਮਰਤਾ ਰੱਖਣ ਬਾਰੇ ਨਹੀਂ ਸੋਚਦਾ। ਬੰਦਾ ਕਹਿੰਦਾ ਹੈ ਸਮਾਂ ਲੈਣ ਦਿਓ, ਸਮਾਂ ਆਉਣ 'ਤੇ ਕਰਾਂਗੇ ਗੱਲ, ਸਮਾਂ ਲੈਣ ਦਿਓ, ਸਮਾਂ ਆਉਣ 'ਤੇ ਬਦਲਾ ਲਵਾਂਗੇ। ਧੰਨ ਨੇ ਗੁਰੂ ਅਰਜਨ ਦੇਵ ਮਹਾਰਾਜ, ਕੋਈ ਗੱਲ ਹੀ ਨਹੀਂ ਮਨ ਵਿੱਚ ਮਹਾਰਾਜ ਨੇ ਲੈ ਕੇ ਆਂਦੀ ਜੀ। ਬਾਬੇ ਪ੍ਰਿਥੀਏ ਦੇ ਘਰ ਖਾਲੀ ਹੱਥ ਨਹੀਂ ਮਹਾਰਾਜ ਗਏ, ਹੱਥ ਵਿੱਚ ਪ੍ਰਸ਼ਾਦ ਲੈ ਕੇ ਗਏ, ਮਿੱਠਾ ਲੈ ਕੇ ਗਏ ਜੀ। ਤੇ ਜਦੋਂ ਮਹਾਰਾਜ ਮਿੱਠਾ ਲੈ ਕੇ ਗਏ, ਬਾਬਾ ਪ੍ਰਿਥੀਆ ਆਪਣੇ ਵਿਹੜੇ 'ਚ ਬੈਠਾ ਹੈ ਤੇ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ, ਉਮਰ ਵਿੱਚ ਵੱਡੇ ਨੇ, ਗੁਰੂ ਅਰਜਨ ਦੇਵ ਜੀ ਨੇ ਆਪ ਬਾਬੇ ਪ੍ਰਿਥੀਏ ਨੂੰ ਨਮਸਕਾਰ ਕੀਤੀ ਜਾ ਕੇ ਜੀ। ਹੱਦ ਹੋ ਗਈ। ਛੋਟੀ ਮੋਟੀ ਪਦਵੀ ਬੰਦੇ ਕੋਲ ਆ ਜੇ, ਬੰਦੇ ਦੀ ਆਕੜ ਨਹੀਂ ਚੱਲੀ ਜਾਂਦੀ ਜੀ। ਆਕੜ ਆ ਜਾਂਦੀ ਜੀ ਬੰਦੇ ਵਿੱਚ ਛੋਟੀ ਮੋਟੀ ਪਦਵੀ ਦੀ। ਗੁਰੂ ਸਾਹਿਬ ਕੋ ਤੇ ਕੁੱਲ ਦੁਨੀਆ ਦੀ ਪਾਵਰ ਹੈਗੀ ਹੈ ਜੀ। ਗੁਰਤਾ ਗੱਦੀ ਦੇ ਮਾਲਕ ਨੇ ਫਿਰ ਵੀ ਵੱਡਾ ਭਰਾ ਜਾਣ ਕੇ ਨਮਸਕਾਰ ਕੀਤੀ ਜੀ। ਪੁੱਛ ਕੇ ਮਹਾਰਾਜ ਲਾਗੇ ਬੈਠੇ ਜੀ। ਇੱਕ ਇੱਕ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੁੰਦੀ ਹੈ। ਪੁੱਛ ਕੇ ਮਹਾਰਾਜ ਲਾਗੇ ਬੈਠੇ ਵੀ ਬੈਠ ਜਾਈਏ, ਤੇ ਬਾਬਾ ਪ੍ਰਿਥੀਆ ਕਹਿੰਦਾ ਬੈਠ ਜਾਓ। ਮਹਾਰਾਜ ਤੇ ਬਾਬਾ ਪ੍ਰਿਥੀਆ ਜੀ ਕੋ ਬਹਿ ਗਏ ਤੇ ਮਾਤਾ ਗੰਗਾ ਜੀ ਬਾਬੇ ਪ੍ਰਿਥੀਏ ਦੀ ਘਰ ਵਾਲੀ ਬੀਬੀ ਕਰਮੋਂ ਦੇ ਕੋਲ ਚਲੇ ਗਏ ਜੀ। 6ਵੇਂ ਪਾਤਸ਼ਾਹ ਨੂੰ ਜਾ ਕੇ ਉੱਥੇ ਆਪਣੀ ਤਾਈ ਦੇ ਕੋਲ ਲੈ ਕੇ ਗਏ। ਬੀਬੀ ਕਰਮੋਂ ਨੂੰ ਮਾਤਾ ਗੰਗਾ ਜੀ ਨੇ ਮੱਥਾ ਟੇਕਿਆ ਜੀ। 6ਵੇਂ ਪਾਤਸ਼ਾਹ ਨੂੰ ਚਰਨੀ ਪਾਇਆ, ਆਖਿਆ ਤੁਹਾਡੇ ਤਾਈ ਜੀ ਨੇ, ਵੱਡੇ ਮਾਤਾ ਜੀ ਨੇ, ਇਹਨਾਂ ਨੂੰ ਮੱਥਾ ਟੇਕੋ। ਬੀਬੀ ਕਰਮੋਂ ਨੇ 6ਵੇਂ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਦੇਖਿਆ ਜੀ।
ਚੌੜਾ ਮੱਥਾ ਦੇਖਿਆ, ਤੇਜ ਪ੍ਰਤਾਪ ਦੇਖਿਆ। ਜਿਸ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਖੁਸ਼ ਹੋਣਾ ਚਾਹੀਦਾ ਸੀ ਨਾ ਵੀ ਸਾਡਾ ਭਤੀਜਾ ਹੈ, ਉਹ ਵੇਖ ਕੇ ਤੁਸੀਂ ਕੱਲ ਸੁਣਿਆ ਵੀ ਮਨ ਹੀ ਟੁੱਟ ਗਿਆ, ਦਿਲ ਟੋਟੇ ਟੋਟੇ ਹੋ ਗਿਆ ਜੀ ਉਹਨਾਂ ਦਾ ਜੀ। ਐਡਾ ਸੋਹਣਾ ਪੁੱਤਰ, ਐਡਾ ਸੋਹਣਾ ਪੁੱਤਰ। ਚੇਤਾ ਰੱਖਿਓ, ਕਪਟ ਵਾਲਾ ਹਿਰਦਾ, ਈਰਖਾ ਵਾਲਾ ਹਿਰਦਾ ਕਦੀ ਸ਼ਾਂਤ ਨਹੀਂ ਹੋ ਸਕਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਸ਼ਾਂਤ ਉਹੋ ਹੀ ਹਿਰਦਾ ਹੋਏਗਾ ਜਿਹੜਾ ਬਾਣੀ ਪੜ੍ਹੇਗਾ, ਨਾਮ ਜਪੇਗਾ ਜੀ। ਹਿਰਦੇ 'ਚ ਥੋੜੀ ਜਿਹੀ ਵੀ ਈਰਖਾ ਹੋ ਗਈ ਨਾ ਜੀ, ਉਹੋ ਹੀ ਨਹੀਂ ਬੰਦੇ ਨੂੰ ਸ਼ਾਂਤ ਹੋਣ ਦਿੰਦੀ। ਜਿੱਥੇ ਦਿਨ ਰਾਤ ਮਰਨ ਮਰਾਉਣ ਦੇ ਪ੍ਰੋਗਰਾਮ ਚੱਲਦੇ, ਉੱਥੇ ਕਿਵੇਂ ਹਿਰਦਾ ਸ਼ਾਂਤ ਹੋਏਗਾ ਜੀ। ਸੋ ਬੇਬੀ ਕਰਮੋ ਜੀ ਦਾ ਤੇ ਮਨ ਹੀ ਚੂਰ ਚੂਰ ਹੋ ਗਿਆ ਜੀ। ਪਰ ਬਹੁਤ ਵਾਰ ਬੰਦਾ ਨਾ ਜੀ ਉੱਤੋਂ ਉੱਤੋਂ ਸਾਰਾ ਕੁਝ ਕਰਦਾ, ਉੱਤੋਂ ਉੱਤੋਂ ਜੀ, ਉੱਤੋਂ ਉੱਤੋਂ ਆਸ਼ੀਰਵਾਦ ਵੀ ਦੇਵੇਗਾ, ਉੱਤੋਂ ਉੱਤੋਂ ਬੋਲੇਗਾ ਵੀ, ਉੱਤੋਂ ਉੱਤੋਂ ਕਰੇਗਾ ਜੀ। ਹੁਣ ਅੱਗੋਂ ਕਥਾ ਸੁਣੋ। ਬੀਬੀ ਕਰਮੋ ਜੀ ਤੇ ਮਾਤਾ ਗੰਗਾ ਜੀ ਬੈਠੇ ਆ, ਤੇ ਅੱਗੋਂ ਹੁਣ ਕਥਾ ਪਿਆਰ ਦੇ ਨਾਲ ਸਰਵਣ ਕਰੋ। ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਆਸ਼ਿਕ ਕਹਿਤ ਚਿਰੰਜੀਵ ਸੁਤ ਹੋਇ ਤੋਹੇ। ਹੁਣ ਆਪ ਤੇ ਮਾਰਨ ਦੇ ਪ੍ਰੋਗਰਾਮ ਬਣਾਉਂਦੇ ਜੀ ਬੀਬੀ ਕਰਮੋ ਜੀ। ਦਾਈ ਨੂੰ ਭੇਜਿਆ ਸੀਗਾ ਵੀ ਜ਼ਹਿਰ ਦੇ ਦੇ ਜਾ ਕੇ, ਪਰ ਉੱਤੋਂ ਉੱਤੋਂ ਆਸ਼ੀਰਵਾਦ ਦੇ ਰਹੇ ਜੀ। ਪਤਾ ਕੀ ਕਹਿੰਦੇ ਜੀ, ਮਹਾਰਾਜ ਤੇਰੇ ਪੁੱਤਰ ਦੀ ਉਮਰ ਲੰਮੀ ਕਰੇ, ਕਹਿਣ ਲੱਗੇ ਉੱਤੋਂ ਉੱਤੋਂ ਜੀ, ਉੱਤੋਂ ਉੱਤੋਂ। ਹਾਂਜੀ। ਕੁਸ਼ਲ ਪ੍ਰਸ਼ਨ ਕਰ ਗੋਦ ਮੈਂ ਬਿਠਾਇਓ ਹੈ। ਤੇ ਮਾਤਾ ਕਰਮੋ ਜੀ ਨੇ ਨਾ ਜੀ, ਬੀਬੀ ਕਰਮੋ ਜੀ ਨੇ 6ਵੇਂ ਪਾਤਸ਼ਾਹ ਨੂੰ ਇਹ ਕਹਿ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ ਜੀ। ਹਾਂਜੀ। ਏਤਨੇ ਮੈਂ ਸਤਿਗੁਰ ਦਾਸ ਕੋ ਪਠਾਇਓ ਤਹਾਂ। ਉਧਰੋਂ ਦੋਵਾਂ ਬੀਬੀਆਂ ਦੇ ਕੋਲ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖ ਭੇਜਿਆ ਜੀ ਆਪਣਾ, ਜਾਓ ਭਾਈ ਉੱਥੇ ਜਾਓ। ਹਾਂਜੀ। ਲਿਆਏ ਕਰ ਪ੍ਰਿਥੀਏ ਕੇ ਪਾਏ ਪਰ ਪਾਇਓ ਹੈ। ਹਰਗੋਬਿੰਦ ਜੀ ਨੂੰ ਲੈ ਕੇ ਆਓ, ਲੈ ਕੇ ਆਓ। ਸਿੱਖ ਆਇਆ ਮਾਤਾ ਗੰਗਾ ਜੀ ਕੋਲ। ਮਾਤਾ ਜੀ ਹਰਗੋਬਿੰਦ ਜੀ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਬੁਲਾ ਰਹੇ ਨੇ। ਬਾਬਾ ਜੀ ਵਾਹਿਗੁਰੂ ਮਾਤਾ ਜੀ ਨੂੰ ਜਦੋਂ ਪਤਾ ਲੱਗਾ, ਉਸੇ ਵੇਲੇ ਹਰਗੋਬਿੰਦ ਜੀ ਨੂੰ ਸਿੱਖ ਨਾਲ ਤੋਰਿਆ ਜੀ। ਤੇ ਮਹਾਰਾਜ ਜੀ ਦੀ ਉਮਰ 2.5 ਸਾਲਾਂ ਦੀ ਹੈ ਜੀ, 2.5 ਸਾਲ ਦੇ ਬਾਲਕ ਦੀ ਜੀ। ਤੇ ਫਿਰ ਤੁਸੀਂ ਸਾਧ ਸੰਗਤ ਜੀ ਧਿਆਨ ਨਾਲ ਸੁਣਿਓ, ਮਹਾਰਾਜ ਨਿਮਰਤਾ ਦੇ ਕਿੰਨੇ ਪੁੰਜ ਨੇ। 6ਵੇਂ ਪਾਤਸ਼ਾਹ ਨੂੰ ਆਖਿਆ, ਬਾਲਕ ਹਰਗੋਬਿੰਦ ਜੀ ਨੂੰ ਆਖਿਆ, ਇਹ ਤੁਹਾਡੇ ਤਾਇਆ ਜੀ ਨੇ, ਵੱਡੇ ਪਿਤਾ ਜੀ ਨੇ, ਇਹਨਾਂ ਨੂੰ ਮੱਥਾ ਟੇਕੋ, ਕਹਿਣ ਲੱਗੇ। ਹਰਗੋਬਿੰਦ ਜੀ ਨੇ ਮੱਥਾ ਟੇਕਿਆ ਜੀ। ਹਾਂਜੀ। ਆਪ ਕੀ ਕਿਰਪਾ ਤੇ ਜੈਸੇ ਕਿਰਪਨ ਲਹੈ ਸੁਧਨ, ਤੈਸੇ ਹੀ ਇਹ ਨੰਦਨ ਸਦਨ ਮੈਂ ਸੁਹਾਇਓ ਹੈ। ਤੇ ਵੇਖ ਲੋ, ਸਭ ਕੁਝ ਪਤਾ ਹੁੰਦਿਆਂ ਹੋਇਆ ਵੀ ਮਹਾਰਾਜ ਕਿੰਨੇ ਨਿਮਰਤਾ ਵਾਲੇ ਬੋਲ ਬੋਲ ਰਹੇ। ਕਹਿੰਦੇ ਬਾਬਾ ਜੀ ਤੁਹਾਡੀ ਕਿਰਪਾ ਨਾਲ ਪੁੱਤਰ ਮਿਲਿਆ, ਕਹਿਣ ਲੱਗੇ। ਤੁਹਾਡੀ ਕਿਰਪਾ ਆਸ਼ੀਰਵਾਦ ਨਾਲ ਜੀ। ਹਾਂਜੀ। ਜਾਨੋ ਨਿਜ ਦਾਸ ਕੀ ਜਯਾ ਸ਼ਿਖਾ ਪ੍ਰਕਾਸ਼ ਸ਼ੋਭ। ਤੇ ਇਸ ਪੁੱਤਰ ਨੂੰ ਨਾ ਆਪਣਾ ਸੇਵਕ ਸਮਝਿਓ, ਕਹਿਣ ਲੱਗੇ, ਤੇ ਆਸ਼ੀਰਵਾਦ ਦਿਓ ਇਹਨਾਂ ਨੂੰ। ਹਾਂਜੀ। ਉਮਰ ਵਿਸਾਲ ਹੋਏ ਜੈਸੇ ਜਨਮਾਇਓ ਹੈ। ਤੇ ਉਮਰ ਵੱਡੀ ਹੋਵੇ ਐਸਾ ਬਚਨ ਕਰਿਓ, ਕਹਿਣ ਲੱਗੇ। ਹਾਂਜੀ। ਦੇਖਤ ਬਿਸਮ ਗਾਇਓ ਹਿਰਦੈ ਮਹਾ ਗਮ ਭਇਓ। ਹੁਣ ਉਹ ਬਾਬਾ ਪ੍ਰਿਥੀਆ ਨੇ ਜਦੋਂ 6ਵੇਂ ਪਾਤਸ਼ਾਹ ਦੇ ਕੀਤੇ ਨਾ ਜੀ ਦਰਸ਼ਨ ਬਾਲਕ ਹਰਗੋਬਿੰਦ ਜੀ ਦੇ, ਤੇ ਹੁਣ ਬੰਦਾ ਸਭ ਕੁਝ ਲੁਕਾ ਲੇਗਾ, ਚਿਹਰਾ ਤਾਂ ਨਹੀਂ ਨਾ ਲੁਕਾ ਸਕਦਾ ਜੀ। ਹੋਰ ਸਰੀਰ ਦੇ ਅੰਗ ਤੇ ਲੁਕਾ ਲੇਗਾ, ਚਿਹਰਾ ਤੇ ਨਹੀਂ ਨਾ ਲੁਕਦਾ, ਚਿਹਰੇ ਤੋਂ ਪਤਾ ਲੱਗ ਜਾਂਦਾ ਜੀ। ਬਾਬੇ ਪ੍ਰਿਥੀਏ ਦਾ ਚਿਹਰਾ ਜਿਹੜਾ ਸੀ ਨਾ ਜੀ, ਉਹਦੇ ਤੇ ਦੁੱਖ ਪ੍ਰਗਟ ਹੋ ਗਿਆ ਜੀ। ਦੁਖੀ ਹੋ ਗਿਆ ਨਾ ਜੀ ਮਨ ਅੰਦਰੋਂ।
ਹਾਂਜੀ, ਬਧਿਓ ਮਨ ਕੀਨੋ ਥੀ ਸੁੰਦਰ ਸੁਨੰਦ ਜਾਨ। ਵਧਿਓ ਮਨ ਕੰਮ ਥਿਓ, ਕਹਿੰਦੇ ਐ ਵਧਿਆ ਹੋਇਆ ਵੇਖ ਕੇ ਮਨ ਥੋੜਾ ਹੋ ਗਿਆ ਜੀ। ਮਹਾਰਾਜ ਦਾ ਸਰੀਰ ਵਧਿਆ ਹੋਇਆ ਵੇਖ ਕੇ ਜੀ, ਕਿਉਂ ਇਹ ਤੇ ਗੋਦ 'ਚ ਹੀ ਮਾਰ ਦੇਣਾ ਚਾਹੁੰਦੇ ਸੀਗੇ ਜੀ। ਮਨ ਹੋਰ ਕਮਜ਼ੋਰ ਜਾ ਹੋ ਗਿਆ। ਸੁੰਦਰ ਸੁਨੰਦ ਜਾਨ, ਵੇਖਿਆ ਸਾਡੇ ਭਰਾ ਦਾ ਪੁੱਤਰ ਤੇ ਸੋਹਣਾ ਹੀ ਬੜਾ ਹੈ। ਹਾਂਜੀ, ਮਾਧੁਰ ਬਚਨ ਕਹਿਓ ਹੋਵੇ ਚਿਰੰਜੀਵ ਬਾਲ। ਪਰ ਫਿਰ ਵੀ ਉੱਤੋਂ ਤੇ ਬੰਦੇ ਨੂੰ ਬੋਲਣਾ ਹੀ ਪੈਂਦਾ ਨਾ ਜੀ। ਉੱਤੋਂ ਬਾਬਾ ਪ੍ਰਿਥੀਆ ਜੀ ਕਹਿੰਦੇ ਗੁਰੂ ਰਾਮਦਾਸ ਕਿਰਪਾ ਕਰੇ ਤੇ ਤੁਹਾਡੇ ਪੁੱਤਰ ਦੀ ਉਮਰ ਲੰਮੀ ਹੋਵੇ, ਕਹਿਣ ਲੱਗੇ। ਉੱਤੋਂ ਕਹਿੰਦੇ ਜੀ। ਹਾਂਜੀ, ਆਰਬਲਾ ਅਧਿਕ ਆਨੰਦ ਕੋ ਬੇਲੰਦ ਠਾਨ। ਹਾਂ, ਵੱਡੀ ਉਮਰ ਹੋਵੇ, ਬੜੇ ਆਨੰਦ ਬਣੇ ਰਹਿਣ ਇਹਨਾਂ ਨੂੰ। ਹਾਂਜੀ, ਮੋਰ ਜਿਮ ਬਾਕ ਆਸ਼ੈ ਜੀਵਨ ਕੋ ਭਾਸ਼ ਕਾਚੇ। ਗੱਜ ਕੇ ਆਖੋ। ਕਵੀ ਸੰਤੋਖ ਸਿੰਘ ਕਹਿੰਦੇ ਜਿਵੇਂ ਮੋਰ ਸੋਹਣਾ ਤੇ ਬੜਾ ਹੁੰਦਾ ਜੀ, ਬੋਲਦਾ ਵੀ ਕਦੀ ਕਦੀ ਸੋਹਣਾ, ਪਰ ਖਾਂਦਾ ਤੇ ਜੀਵ ਜੰਤੂ ਹੀ ਹੈ ਨਾ। ਹਾਂਜੀ, ਬੰਚਕ ਜਿਉ ਕਹੈ ਕਛ ਰਾਖੈ ਕੁਛ ਹਿਰਦੈ ਆਨ। ਬਸ ਇਸੇ ਤਰ੍ਹਾਂ ਹੀ ਬਾਬਾ ਪ੍ਰਿਥੀਆ ਜੀ ਬੋਲ ਰਹੇ ਨੇ। ਬੋਲੇ ਤੇ ਸੋਹਣਾ, ਪਰ ਮਿੱਠਾ ਬੋਲਣ ਨਾਲ ਕੀ ਹੋਣਾ ਜੇ ਖਾਣੇ ਹੀ ਜੀਵ ਜੰਤੂ ਨੇ ਜੀ। ਕਹਿਣ ਲੱਗੇ ਜਿਵੇਂ ਠੱਗ ਹੁੰਦਾ ਹੈ ਨਾ, ਮਨ 'ਚ ਕੁਝ ਹੋਰ ਰੱਖਦਾ, ਉੱਤੋਂ ਮਿੱਠਾ ਮਿੱਠਾ ਬਣ ਕੇ ਬੰਦੇ ਨੂੰ ਠੱਗਦਾ ਹੈ, ਇਸੇ ਤਰ੍ਹਾਂ ਦਾ ਕੰਮ ਬਾਬਾ ਪ੍ਰਿਥੀਆ ਜੀ ਕਰ ਰਹੇ ਨੇ। ਹਾਂਜੀ, ਘਟੇ ਮੁਖ ਦੂਧ ਧਰੇ ਪੇਟ ਬਿਖ ਸੰਗ ਭਰੈ। ਹਾਂਜੀ। ਤੈਸੋ ਸੋ ਕਰਮ ਕਰੈ ਸੰਕਟ ਮਹਾਨ ਮਾਨ। ਗੱਜ ਕੇ ਆਖੋ। ਕਹਿੰਦੇ ਘੜੇ ਦੇ ਅੰਦਰ ਥੱਲੇ ਤੇ ਜ਼ਹਿਰ ਹੋਵੇ, ਉੱਤੇ ਦੁੱਧ ਰੱਖੇ ਬੰਦਾ, ਪਰ ਉਹਦਾ ਕੀ ਫਾਇਦਾ, ਵਿੱਚ ਤੇ ਜ਼ਹਿਰ ਹੈ ਨਾ। ਬਾਬਾ ਪ੍ਰਿਥੀਆ ਜੀ ਉੱਤੋਂ ਤੇ ਬੜੀ ਸੋਹਣੀ ਬਾਣੀ ਬੋਲਦੇ ਆ, ਪਰ ਵਿੱਚੋਂ ਤੇ ਛੇਵੇਂ ਪਾਤਸ਼ਾਹ ਨਾਲ ਈਰਖਾ ਹੀ ਰੱਖਦੇ ਆ ਨਾ। ਹਾਂਜੀ, ਸੰਮਤ ਕਿਤਕ ਕੋ ਆਨੰਦ ਸੰਗ ਭਇਓ ਨੰਦ। ਫਿਰ ਪੁੱਛਦੇ ਆ, ਕਹਿੰਦੇ ਆ ਪੁੱਤਰ ਕਿੰਨੇ ਕੁ ਸਾਲਾਂ ਦਾ ਹੋ ਗਿਆ। ਗੁਰੂ ਤਬ ਕਹਿਓ ਅਬ ਤੀਸਰੇ ਬਰਸ ਕੋ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਉੱਤਰ ਦੇ ਰਹੇ ਆ ਆਪਣੇ ਭਰਾ ਨੂੰ, ਵੱਡੇ ਨੂੰ, ਕਹਿੰਦੇ ਜੀ ਤੀਸਰਾ ਸਾਲ ਲੱਗਾ ਹੋਇਆ। ਹਾਂਜੀ, ਕੁਸ਼ਲ ਪ੍ਰਸ਼ਨ ਦੋ ਉਦੇਸ਼ ਤੇ ਸਕਲ ਕਹੀ। ਥੋੜਾ ਸਮਾਂ ਬੈਠੇ ਆ, ਕੁਸ਼ਲ ਪ੍ਰਸੰਨ ਦੀਆਂ ਬਾਤਾਂ ਹੋਈਆਂ ਨੇ। ਹਾਂਜੀ, ਕੋ ਘਟੀ ਬੈਠੇ ਸਿਸ ਅੰਗਨ ਪਰਸ ਕੋ। ਤੇ ਸਾਧ ਸੰਗਤ ਜੀ ਕੁਝ ਘੜੀਆਂ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਪ੍ਰਿਥੀਏ ਦੇ ਵਿਹੜੇ 'ਚ ਬੈਠੇ, ਫਿਰ ਉੱਥੋਂ ਤੁਰ ਪਏ ਜੀ। ਪਰ ਚੇਤਾ ਰੱਖਿਓ ਗੁਰੂ ਅਰਜਨ ਸਾਹਿਬ ਜੀ ਨੇ ਮਰਿਆਦਾ ਪੂਰੀ ਰੱਖੀ ਜੀ। ਭਾਵੇਂ ਕੀ ਕੁਝ ਨਹੀਂ ਕੀਤਾ ਜੀ ਬਾਬਾ ਪ੍ਰਿਥੀਆ ਜੀ ਨੇ, ਮਹਾਰਾਜ ਫਿਰ ਵੀ ਨਿਮਰਤਾ ਨਾਲ ਉਹਨਾਂ ਦੇ ਕੋਲ ਗਏ ਜੀ। ਹਾਂਜੀ, ਸ਼੍ਰੀ ਹਰਗੋਬਿੰਦ ਸੰਗ ਆਪਲੇ ਉਠਤ ਭਏ। ਬਸ ਇੰਨੀ ਕੁ ਗੱਲ ਹੁੰਦੀ ਜੀ, ਇੰਨੀ ਕੁ ਗੱਲ ਹੁੰਦੀ। ਮੈਂ ਵੇਖਿਆ ਇੱਕ ਗੁਰਮੁਖਾਂ ਕੋਲ ਨਾ ਜੀ ਇੱਕ ਸਿੰਘ ਆਉਂਦਾ ਸੀਗਾ ਜੀ, ਉਸ ਸਿੰਘ ਦੀ ਆਪਣੇ ਭਰਾ ਨਾਲ ਨਹੀਂ ਬਣਦੀ ਜੀ। ਥਾਣੋ ਥਾਣੀ ਹੋਏ ਸੀਗੇ ਜੀ। ਉਹ ਇੱਕ ਵਾਰੀ ਤੇ ਗੋਲੀਆਂ ਤੱਕ ਚੱਲਣ ਦੀ ਨੌਬਤ ਆਈ ਸੀਗੀ ਜੀ। ਹਾਂਜੀ, ਘਰ 'ਚ ਧੀ ਦਾ ਵਿਆਹ ਸੀਗਾ ਜੀ। ਤਾਂ ਸੋਚਦੇ ਵੀ ਹੁਣ ਵੱਡੇ ਭਰਾ ਨੂੰ ਕਿਵੇਂ ਆਖੀਏ, ਜੇ ਵਿਆਹ 'ਚ ਵੱਡਾ ਭਰਾ ਨਾ ਆਇਆ ਤੇ ਬੇਇੱਜ਼ਤੀ ਹੋਏਗੀ। ਤੇ ਉਹਨਾਂ ਜੀ ਗੁਰਮੁਖਾਂ ਨਾਲ ਉਹਨੇ ਸਲਾਹ ਕੀਤੀ ਵੀ ਕੀ ਕਰਨਾ ਚਾਹੀਦਾ। ਗੁਰਮੁਖਾਂ ਨੇ ਉਹਨੂੰ ਕਿਹਾ ਵੀ ਹੈ ਤਾਂ ਤੇਰੇ ਵੱਡੇ ਭਰਾ ਹੀ ਨਾ, ਤੇ ਇੱਕ ਵਾਰੀ ਜਾ। ਉਹ ਗਿਆ ਜੀ, ਡਰਦਾ ਉੱਥੇ ਗਿਆ ਜੀ। ਜਦੋਂ ਗਿਆ ਰੱਖਿਆ ਅੱਗੇ ਡੱਬਾ ਤੇ ਹੱਥ ਜੋੜ ਕੇ ਕਿਹਾ ਨਾ ਵੀ ਤੁਹਾਡੀ ਧੀ ਦਾ ਵਿਆਹ, ਉਹ ਸਭ ਗੁੱਸੇ ਉੱਡ ਗਏ ਜੀ ਉੱਥੇ ਜੀ। ਅੱਜ ਕੇ ਆਖੋ ਵਾਹਿਗੁਰੂ। ਸਭ ਗੁੱਸੇ ਹੀ ਉੱਡ ਗਏ ਜੀ ਉੱਥੇ ਜੀ। ਹਾਂਜੀ, ਹੋ ਜਾਂਦਾ ਜੀ ਏਦਾਂ ਜੀ। ਮਹਾਰਾਜ ਨੇ ਪੂਰੀ ਨਿਮਰਤਾ ਰੱਖੀ ਜੀ। ਉੱਥੋਂ ਫਿਰ ਮਹਾਰਾਜ ਅੱਗੇ ਚੱਲ ਪਏ ਜੀ। ਹਾਂਜੀ, ਗਮ ਨੇ ਬਹੁਰ ਮਹਾਦੇਵ ਕੇ ਦਰਸ ਕੋ। ਉੱਥੋਂ ਮਹਾਰਾਜ ਗਰੀਬ ਨਵਾਜ ਹਰਗੋਬਿੰਦ ਜੀ ਨੂੰ ਨਾਲ ਲੈ ਕੇ ਤੇ ਆਪਣੇ ਦੂਸਰੇ ਨੰਬਰ ਦੇ ਜਿਹੜੇ ਵੱਡੇ ਭਰਾ ਨੇ ਬਾਬਾ ਮਹਾਦੇਵ ਜੀ, ਇਹ ਵੀ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ, ਇਹਨਾਂ ਦੇ ਕੋਲ ਗਏ ਜੀ। ਸਦਨ ਪ੍ਰਵੇਸ਼ ਕੀਨ ਪਾਇਨ ਪ੍ਰਣਾਮ ਠਾਨ। ਕਮਾਲ ਦੀ ਗੱਲ ਇਹ ਹੈ, ਜਦੋਂ ਗੁਰੂ ਅਰਜਨ ਸਾਹਿਬ ਆਪਣੇ ਇਸ ਵੱਡੇ ਭਰਾ ਕੋਲ ਗਏ ਨਾ,
ਮਹਾਰਾਜ ਨੇ ਇਹਨਾਂ ਨੂੰ ਵੀ ਪ੍ਰਣਾਮ ਕੀਤਾ ਜੀ, ਭਾਵ ਇਹਨਾਂ ਨੂੰ ਵੀ ਨਮਸਕਾਰ ਕੀਤੀ ਜੀ। ਮਿਲ ਕੈ ਪਰਸ ਪਰ ਧਾਰਤ ਹਰਸ਼ ਕੋ। ਦੋਈ ਭਾਸੀ ਆਪਸ ਵਿੱਚ ਮਿਲੇ ਗਿਲੇ ਜੀ। ਬਾਬਾ ਮਹਾਦੇਵ ਜੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ, ਬੜੀ ਖੁਸ਼ੀ ਹੋਈ ਦੀ ਆਪਸ ਵਿੱਚ। ਸ਼੍ਰੀ ਹਰਗੋਬਿੰਦ ਨੰਦ ਪਾਇਓ ਚਰਨਾਰ ਬਿੰਦ। ਵੇਖੋ ਆਪਣੇ ਬੱਚਿਆਂ ਨੂੰ ਤੁਸੀਂ ਆਮ ਕਰਦੇ ਹੀ ਹੋ, ਵੱਡਿਆਂ ਦੇ ਪੈਰੀ ਪਾਉਂਦੇ ਹੋ। ਮਹਾਰਾਜ ਨੇ ਬਾਲਕ ਹਰਗੋਬਿੰਦ ਜੀ ਨੂੰ ਆਖਿਆ, ਪੁੱਤਰ ਜੀ ਇਹ ਤੁਹਾਡੇ ਤਾਇਆ ਜੀ ਨੇ, ਇਹਨਾਂ ਦੇ ਚਰਨੀ ਪਾਓ। ਹਾਂਜੀ, ਦੇਖਤ ਉਠਾਇਓ ਮਹਾਦੇਵ ਲੀਨ ਗੋਦ ਮੇ। ਇੱਕੋ ਹੀ ਪਲੰਗੇ ਤੇ ਬੈਠੇ ਗੁਰੂ ਅਰਜਨ ਸਾਹਿਬ, ਤੇ ਉਸੇ ਪਲੰਗੇ ਤੇ ਬਾਬਾ ਮਹਾਦੇਵ ਜੀ। ਤੇ ਬਾਬਾ ਮਹਾਦੇਵ ਜੀ ਜਪੀ ਤਪੀ, ਕਿਸੇ ਪਾਸੇ ਧਿਆਨ ਨਹੀਂ ਦਿੰਦੇ। ਵਿਆਹ ਨਹੀਂ ਸੀ ਕਰਾਇਆ ਇਹਨਾਂ ਨੇ ਜੀ। ਬਾਬਾ ਮਹਾਦੇਵ ਜੀ ਨੇ ਹਰਗੋਬਿੰਦ ਜੀ ਨੂੰ ਆਪਣੀ ਗੋਦ 'ਚ ਬਿਠਾ ਲਿਆ ਜੀ। ਹਾਂਜੀ, ਸੂੰਘਤ ਲਿਲਾਰ ਕੋ ਦੁਲਾਰਤ ਉਚਾਰ ਬਚ। ਹੁਣ ਜਪ ਤਪ ਵਾਲੇ ਆ, ਭਜਨ ਬੰਦਗੀ ਵਾਲੇ ਆ। ਹਰਗੋਬਿੰਦ ਸਾਹਿਬ ਜੀ ਦਾ ਮੱਥਾ ਸੁੰਘਦੇ ਆ ਤੇ ਦੁਲਾਰਦੇ ਆ ਤੇ ਪਿਆਰ ਕਰਦੇ ਆ, ਲਾਡ ਲਡਾਉਂਦੇ ਆ ਨਾ। ਬਾਬਾ ਮਹਾਦੇਵ ਜੀ ਕਹਿਣ ਲੱਗੇ ਜੀ, ਵੇਖੋ ਸਕੇ ਭਰਾ ਬੈਠੇ ਨੇ ਜੀ, ਬਾਬਾ ਮਹਾਦੇਵ ਤੇ ਗੁਰੂ ਅਰਜਨ ਸਾਹਿਬ। ਹਾਂਜੀ, ਹੋ ਹੈ ਮਹਾਂ ਜੋਧਾ ਚਿਰੰਜੀਵੀ ਰਹੋ ਮੋਦ ਮੈਂ। ਕਹਿਣ ਲੱਗੇ ਹੋ ਹੈ ਮਹਾਜੋਧਾ। ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ ਜੀ ਤੁਹਾਡੇ ਪੁੱਤਰ ਨੇ ਤੇ ਬੜਾ ਵੱਡਾ ਜੋਧਾ ਬਣਨਾ ਹੈ। ਕਹਿਣ ਲੱਗੇ, ਭਾਈ ਗੁਰਦਾਸ ਜੀ ਲਿਖਦੇ ਨਾ, ਬੜ ਜੋਧਾ ਬਹੁ ਪਰ ਉਪਕਾਰੀ। ਪਰ ਉਪਕਾਰੀ, ਬੜੇ ਵੱਡੇ ਜੋਧੇ ਬਣਨਗੇ। ਤੇ ਨਾਲੇ ਗੁਰੂ ਰਾਮਦਾਸ ਕਿਰਪਾ ਕਰੇ ਲੰਮੀ ਉਮਰ ਹੋਵੇ। ਕਹਿਣ ਲੱਗੇ, ਗੁਰੂ ਰਾਮਦਾਸ ਜੀ ਦੇ ਪੁੱਤਰ ਨੇ ਨਾ ਇਹ। ਹਾਂਜੀ, ਬੰਸ ਕੋ ਬੇਭੂਖਨ ਅਦੁਖਨ ਹੋਇ ਭੂਖਨ ਸੋ। ਹਾਂ, ਬਾਬਾ ਮਹਾਦੇਵ ਜੀ ਨੂੰ ਇਉਂ ਮਹਿਸੂਸ ਹੋਇਆ ਛੇਵੇਂ ਪਾਤਸ਼ਾਹ ਨੂੰ ਗੋਦ ਵਿੱਚ ਪਾ ਕੇ ਜਿਵੇਂ ਉਹਨਾਂ ਦੇ ਹੀ ਪੁੱਤਰ ਹੋਣ ਜੀ। ਕਹਿਣ ਲੱਗੇ ਗੁਰੂ ਰਾਮਦਾਸ ਕਿਰਪਾ ਕਰੇ ਸੋਢੀ ਕੁੱਲ ਦੇ ਗਹਿਣੇ ਹੋਣ। ਇਹ ਕਹਿਣ ਲੱਗੇ ਕੁੱਲ ਵਧੇ ਇਹਨਾਂ ਦੇ ਨਾਲ। ਹਾਂਜੀ, ਕਟੈ ਗੋਕਲ ਲੂਖਨ ਸਸੁ ਰਖੈ ਚਹੂ ਕੋਦ ਮੈਂ। ਕਹਿਣ ਲੱਗੇ ਲੋਕਾਂ ਦੇ ਦੁੱਖ ਕਟਿਆ ਕਰਨਗੇ, ਜਿਹੜਾ ਇਹਨਾਂ ਦੇ ਦਰਸ਼ਨ ਕਰਿਆ ਕਰੇਗਾ ਉਹ ਨਿਹਾਲ ਹੋ ਜਾਇਆ ਕਰੇਗਾ। ਹਾਂਜੀ, ਬੜੋ ਹੋਇਆ ਹੈ ਡੀਲ ਤੈਸੇ ਸੁੰਦਰ ਸੁਸ਼ੀਲ ਬਹੋ। ਤੇ ਬਾਬਾ ਮਹਾਦੇਵ ਜੀ ਨਾਲ ਇਹ ਵੀ ਬਚਨ ਕਰਦੇ, ਕਹਿੰਦੇ ਇਹਨਾਂ ਦਾ ਸਰੀਰ ਬੜਾ ਵੱਡਾ ਹੋਏਗਾ। ਕਹਿਣ ਲੱਗੇ ਬੜਾ ਵੱਡਾ ਡੀਲ ਡੌਲ ਹੋਏਗਾ ਇਹਨਾਂ ਦਾ ਜੀ। ਸੋ ਜਸ ਪਸਾਰੇ ਤੇ ਬਿਤਾਏ ਬੈ ਬਿਨੋਦ ਮੈਂ। ਇਹਨਾਂ ਦੀਆਂ ਤਾਰੀਫਾਂ ਆਸੇ ਪਾਸੇ ਫੈਲਣਗੀਆਂ, ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਦੇ ਜਸ ਹੋਣਗੇ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਇਹ ਬਾਬਾ ਮਹਾਦੇਵ ਜੀ ਨੇ ਬਚਨ ਤਾਂ ਕੀਤੇ ਐ। ਬਾਬਾ ਮਹਾਦੇਵ ਜੀ ਵੀ ਭਜਨ ਬੰਦਗੀ ਵਾਲੇ ਨੇ ਜੀ। ਬਾਬਾ ਮਹਾਦੇਵ ਜੀ ਨੂੰ ਪਤਾ ਹੈ ਜੀ, ਭਾਵੇਂ ਮਾੜਾ ਜਿਹਾ ਮਨ ਚ ਸੀਗਾ ਵੀ ਮੈਨੂੰ ਗੁਰਤਾ ਗੱਦੀ ਨਹੀਂ ਮਿਲੀ, ਪਰ ਬਾਬਾ ਮਹਾਦੇਵ ਬੰਦਗੀ ਵਾਲੇ ਤੇ ਬੰਦਗੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਆਉਣ ਵਾਲੇ ਭਵਿੱਖ ਬਾਰੇ ਜੀ। ਇਸੇ ਕਰਕੇ ਉਹਨਾਂ ਨੇ ਛੇਵੇਂ ਪਾਤਸ਼ਾਹ ਬਾਰੇ ਇੰਨੇ ਬਚਨ ਕਹੇ, ਸੋਢੀ ਕੁੱਲ ਤੇ ਭੂਖਣ ਹੋਣਗੇ, ਲੰਮੀ ਉਮਰ ਹੋਏਗੀ, ਮਹਾਜੋਧੇ ਬਣਨਗੇ। ਜਿਹੜਾ ਇਹਨਾਂ ਦੇ ਦਰਸ਼ਨ ਕਰੇਗਾ ਉਹਦੇ ਦੁੱਖ ਕੱਟੇ ਜਾਣਗੇ। ਦੋਹਰਾ ਇਮ ਕਹੈ ਮਹਾ ਪ੍ਰਮੋਦ ਕਰ, ਮਹਾਦੇਵ ਧਰ ਪ੍ਰੀਤ। ਇਸ ਤਰੀਕੇ ਦੇ ਨਾਲ ਬਾਬਾ ਮਹਾਦੇਵ ਜੀ ਨੇ ਬਚਨ ਕੀਤੇ ਤੇ ਬੜੀ ਖੁਸ਼ੀ ਮਨਾਈ ਜੀ, ਬਹੁਤ ਖੁਸ਼ੀ ਮਨਾਈ। ਪਹਿਲੀ ਵਾਰੀ ਇਹਨਾਂ ਨੇ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਜੀ। ਹਾਂਜੀ, ਦਰਬ ਨਿਸ਼ਾਵਰ ਬਹੁ ਕੀਓ, ਨਿਜ ਸੁਤ ਸਮ ਲਖ ਚੀਤ। ਗੱਜ ਕੇ ਆਖੋ, ਬਾਬੇ ਪ੍ਰਿਥੀਆ ਨੇ ਤੇ ਸਗਨ ਵੀ ਨਹੀਂ ਨਾ ਪਾਇਆ ਜੀ, ਸਗਨ ਵੀ ਨਹੀਂ ਪਾਇਆ ਪਹਿਲੀ ਵਾਰੀ ਵੇਖ ਕੇ। ਕਿਉਂ? ਈਰਖਾ ਸੀ ਨਾ ਮਨ 'ਚ। ਮਹਾਦੇਵ ਜੀ ਨੇ ਆਪਣੀ ਗੋਦ 'ਚ ਬਿਠਾ ਕੇ ਇਉਂ ਮਹਿਸੂਸ ਕੀਤਾ ਜਿਵੇਂ ਉਹਨਾਂ ਦੇ ਹੀ ਪੁੱਤਰ ਨੇ ਜੀ। ਭਰਾ ਦਾ ਪੁੱਤ, ਭੈਣ ਦਾ ਪੁੱਤ ਆਪਣਾ ਹੀ ਪੁੱਤ ਹੁੰਦਾ ਹੈ ਜੀ। ਜੇ ਕੋਈ ਸਮਝੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਇਉਂ ਮਹਿਸੂਸ ਕੀਤਾ ਜਿਵੇਂ ਇਹ ਸਾਡੇ ਹੀ ਪੁੱਤਰ ਨੇ ਜੀ। ਤੇ ਫਿਰ ਬਾਬਾ ਮਹਾਦੇਵ ਜੀ ਨੇ ਪਤਾ ਕੀ ਕੀਤਾ ਜੀ? ਬਾਬਾ ਮਹਾਦੇਵ ਜੀ ਨੇ ਖੁੱਲੀ ਮਾਇਆ ਦਾ ਸਗਨ ਪਾਇਆ ਛੇਵੇਂ ਪਾਤਸ਼ਾਹ ਨੂੰ ਜੀ। ਖੁੱਲੀ ਮਾਇਆ ਦਿੱਤੀ ਜੀ, ਵਾਧੂ ਮਾਇਆ ਦਾ ਸਗਨ ਪਾਇਆ ਜੀ ਉਹਨਾਂ ਨੂੰ।
ਹਾਂਜੀ। ਕਬਿਤ ਸ੍ਰੀ ਗੁਰੂ ਉਚਾਰੀ ਭਈ ਕਰ ਨਾ ਤੁਮਹਾਰੀ ਵਾਹ। ਭਾਰੀ। ਆਖੋ ਵਾਹਿਗੁਰੂ, ਗੱਜ ਕੇ ਕਹਿ ਦਿਓ ਵਾਹਿਗੁਰੂ। ਗੁਰੂ ਅਰਜਨ ਸਾਹਿਬ ਤੇ ਨਿਮਰਤਾ ਦੀਆਂ ਹੱਦਾਂ ਹੀ ਪਾਰ ਕਰੀ ਜਾਂਦੇ। ਕਹਿੰਦੇ ਆਪਣੇ ਭਰਾ ਨੂੰ, ਮਹਾਦੇਵ ਜੀ ਨੂੰ, ਕਹਿੰਦੇ ਮਹਾਰਾਜ ਇਹ ਵੀ ਤੁਹਾਡੀ ਕਿਰਪਾ ਹੈ। ਕਹਿਣ ਲੱਗੇ ਤੁਹਾਡੀ ਕਿਰਪਾ ਹੀ ਹੈ। ਹਾਂਜੀ। ਜਾਂ ਤੇ ਸੁਖਕਾਰੀ ਸੁਤ ਕਾਂਖਤ ਕੋ ਦੀਨਿਓ। ਇਸੇ ਕਰਕੇ ਸੁਖਦਾਇਕ ਮਨ ਚਾਹਾ ਪੁੱਤਰ ਦਿੱਤਾ ਸਾਨੂੰ। ਕਹਿਣ ਲੱਗੇ ਪਰਮੇਸ਼ਰ ਨੇ। ਹਾਂਜੀ। ਆਪ ਹਵੈ ਸਹਾਈ ਲੀਨ ਦੁਖ ਤੇ ਬਚਾਈ ਨਿਤ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਕਿੰਨੀ ਨਿਮਰਤਾ ਵਾਲੇ। ਅੱਜ ਬੰਦੇ ਕਹਿੰਦੇ ਆ ਦੋ ਬੋਲ ਕਿਸੇ ਨਾਲ ਪਿਆਰ ਦੇ ਨਾ ਬੋਲੋ। ਜੇ ਤੁਸੀਂ ਦੋ ਬੋਲ ਕਿਸੇ ਨਾਲ ਪਿਆਰ ਦੇ ਬੋਲੋਗੇ ਤੇ ਤੁਹਾਡਾ ਕੀ ਘਟ ਜਾਏਗਾ ਜੀ? ਉਹਦਾ ਸਗੋਂ ਮਨ ਵੱਧ ਜਾਣਾ ਜੀ। ਮਹਾਰਾਜ ਬਾਬਾ ਮਹਾਦੇਵ ਜੀ ਨੂੰ ਕਹਿਣ ਲੱਗੇ, ਕਹਿੰਦੇ ਹੁਣ ਕਿਰਪਾ ਕਰਿਓ ਤੇ ਸਾਡੇ ਪੁੱਤਰ ਦੀ ਸਹਾਇਤਾ ਵੀ ਕਰਿਆ ਕਰਿਓ। ਸਹਾਈ ਹੋਇਓ। ਕਹਿਣ ਲੱਗੇ ਦੁੱਖਾਂ ਤੋਂ ਬਚਾ ਕੇ ਰੱਖਿਓ। ਹਾਂਜੀ। ਬੇਗਨ ਪ੍ਰਕਾਸ਼ ਕੈ ਪ੍ਰਭਾ ਲਹੀਨ ਕੀਨਿਓ। ਬਿਗਨ ਵਿਨਾਸ਼ ਕੈ, ਬਿਗਨਾਂ ਦਾ ਨਾਸ ਕਰ ਦਿਓ ਤੇ ਬਲ ਦਿਓ ਸਾਡੇ ਪੁੱਤਰ ਨੂੰ। ਕਹਿਣ ਲੱਗੇ ਹਾਂਜੀ। ਮਹਾਦੇਵ ਕਹਿਓ ਪਿਤਾ ਸਤਿਗੁਰੂ ਹਮਾਰੇ ਜੋਏ। ਬਾਬਾ ਮਹਾਦੇਵ ਜੀ ਵੀ ਅੱਗੋਂ ਬੜੇ ਸਿਆਣੇ ਜੀ। ਬਾਬਾ ਮਹਾਦੇਵ ਜੀ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਨੂੰ, ਕਹਿਣ ਲੱਗੇ ਸਾਡੀ ਕੋਈ ਕਿਰਪਾ ਨਹੀਂ ਹੈ। ਜੇ ਕਿਰਪਾ ਹੈ ਨਾ ਕਿਸੇ ਦੀ ਤੇ ਸਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਸਾਰੀ। ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ। ਹਾਂਜੀ। ਤਿੰਨ ਕੀ ਕਿਰਪਾ ਤੇ ਐਸੋ ਪਦ ਮਹਾ ਲੀਨਿਓ। ਇਹ ਜਿਹੜੀ ਮਹਾਨ ਪਦਵੀ ਤੁਸੀਂ ਪ੍ਰਾਪਤ ਕੀਤੀ ਗੁਰਤਾ ਗੱਦੀ ਦੀ, ਇਹ ਸਾਡੇ ਪਿਤਾ ਜੀ ਕੋਲੋਂ ਹੀ ਪ੍ਰਾਪਤ ਕੀਤੀ ਹੈ। ਅੱਛਾ ਵੇਖ ਲਓ ਸੰਗਤ ਜੀ, ਆਪਾਂ ਬਾਬੇ ਪ੍ਰਿਥੀਏ ਦੀਆਂ ਗੱਲਾਂ ਤੇ ਬੜੀਆਂ ਮਸਾਲਾ ਲਾ ਲਾ ਦੱਸਦੇ ਆ। ਕਦੀ ਬਾਬਾ ਮਹਾਦੇਵ ਜੀ ਦੀਆਂ ਚੰਗੀਆਂ ਗੱਲਾਂ ਦੱਸੀਆਂ ਹੀ ਨਹੀਂ ਕਿਸੇ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਮਹਾਦੇਵ ਜੀ ਕਹਿੰਦੇ ਭਰਾ ਜੀ ਸਾਰੀ ਸਾਡੇ ਪਿਤਾ ਜੀ ਦੀ ਕਿਰਪਾ। ਕਹਿਣ ਲੱਗੇ ਉਹਨਾਂ ਨੇ ਮਿਹਰ ਕੀਤੀ, ਉਹਨਾਂ ਨੇ ਬਖਸ਼ਿਸ਼ ਕੀਤੀ ਸਾਰੀ। ਕਹਿਣ ਲੱਗੇ ਸੋਈ ਹੋਇ ਸਹਾਏ ਨਿਜ ਪਿਆਰੇ ਕੋ ਬਚਾਏ ਲੇਤ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਮਹਾਦੇਵ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਆਪ ਹੀ ਸਹਾਈ ਹੋ ਕੇ ਬੰਦੇ ਨੂੰ ਬਚਾ ਲੈਂਦੇ ਨੇ। ਸਾਡੇ ਪਿਤਾ ਜੀ ਸਭ ਕੁਝ ਕਰਨ ਕਾਰਨ ਹਨ। ਹਾਂਜੀ। ਸੰਕਟ ਨਾ ਕੋਉ ਹੋਤ ਜਹਾਂ ਪਖ ਕੀਨਿਓ। ਜਿਹਦਾ ਪੱਖ ਸਾਡੇ ਪਿਤਾ ਜੀ ਕਰਨ ਉਹਨੂੰ ਫਿਰ ਕੋਈ ਦੁੱਖ ਨਹੀਂ ਹੁੰਦਾ। ਗੁਰੂ ਰਾਮਦਾਸ ਜੀ ਜਿਹਦੀ ਮਦਦ ਕਰਨ ਉਹਨੂੰ ਦੁੱਖ ਨਹੀਂ ਕੋਈ ਹੁੰਦਾ। ਤੇ ਬੜੇ ਬੜੇ ਗੁਰੂ ਰਾਮਦਾਸ ਜੀ ਦੇ ਭਗਤ ਬੈਠੇ ਨੇ ਸੰਗਤ ਜੀ। ਬੜਾ ਬੜਾ ਵਧੀਆ ਜੀਵਨ ਉਹਨਾਂ ਦਾ। ਮਹਾਰਾਜ ਗੁਰੂ ਅਰਜਨ ਸਾਹਿਬ ਬਾਬਾ ਮਹਾਦੇਵ ਜੀ ਦੀ ਜੇ ਸਿਫਤ ਕਰਦੇ ਨਾ ਤੇ ਬਾਬਾ ਮਹਾਦੇਵ ਜੀ ਅੱਗੋਂ ਗੁਰੂ ਰਾਮਦਾਸ ਜੀ ਦੀ ਸਿਫਤ ਕਰਨ ਲੱਗੇ ਜੀ। ਹਾਂਜੀ। ਆਪਸ ਮੈਂ ਐਸੇ ਕੁਛ ਬਾਰਤਾ ਕਰਤ ਭਏ। ਇਸ ਤਰੀਕੇ ਨਾਲ ਦੋਵਾਂ ਭਰਾਵਾਂ ਵਿੱਚ ਗੱਲਾਂ ਹੋਈਆਂ ਜੀ। ਬਾਬਾ ਮਹਾਦੇਵ ਜੀ ਦੇ ਵਿੱਚ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿੱਚ ਜੀ। ਆਇਸ ਕੋ ਪਾਏ ਪੁੰਨ ਆਏ ਹੈ ਸਦਨ ਮੈਂ। ਤੇ ਫਿਰ ਆਗਿਆ ਲੈ ਕੇ ਆਪਣੇ ਭਰਾ ਕੋਲੋਂ ਤੇ ਆਪਣੇ ਘਰ ਗੁਰੂ ਕੇ ਮਹਿਲਾਂ ਵਿੱਚ ਆ ਗਏ ਜੀ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ। ਸੁਖ ਸੋ ਬਸੇ ਹੈ ਸਭ ਸੰਕਟ ਨਸੇ ਹੈ। ਬਹੁਤ ਸਮੇਂ ਬਾਅਦ ਆਪਣੇ ਇਸ ਘਰ ਵਿੱਚ ਆ ਕੇ ਰਾਤ ਸੁੱਖ ਨਾਲ ਬਤੀਤ ਕੀਤੀ ਜੀ ਮਹਾਰਾਜ ਨੇ ਜੀ ਇਸ ਘਰ ਵਿੱਚ ਜੀ। ਦੇਖ ਦਾਸ ਬਿਕਸੇ ਹੈ ਗੁਰ ਬਾਲਕ ਬਦਨ ਕੋ। ਤੇ ਦਾਸ ਅੰਮ੍ਰਿਤਸਰ ਦੇ ਸੇਵਕ ਸਿਆਰੇ ਛੇਵੇਂ ਪਾਤਸ਼ਾਹ ਜੀ ਦਾ ਸਰੂਪ ਵੇਖ ਕੇ ਬੜੇ ਖੁਸ਼ ਹੋ ਰਹੇ ਨੇ ਸਾਰੇ ਜੀ। ਬੜੇ ਖੁਸ਼ ਹੋ ਰਹੇ। ਖੁਸ਼ੀ ਦਾ ਅੰਤ ਨਹੀਂ ਹੈਗਾ ਜੀ ਕੋਈ। ਹਾਂਜੀ। ਖੇਲਤ ਅਜਰ ਮਾਂਝ ਪਿਤਾ ਪੈਸਕਾਰ ਸਾਂਝ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਆ ਕਿ ਮਹਾਰਾਜ ਫਿਰ ਦਿਨ ਰਾਤ ਗੁਰੂ ਕੇ ਮਹਿਲ ਵਿਹੜੇ ਦੇ ਵਿੱਚ ਖੇਡਦੇ ਆ। ਹਾਂਜੀ। ਬੈਠਤ ਘਰੀ ਕੋ ਦੁਖ ਦਾਸਨ ਕਦਨ ਕੋ। ਮਹਾਰਾਜ ਕਦੀ ਹਰਮੰਦਰ ਸਾਹਿਬ ਬੈਠਦੇ ਆ, ਕਦੀ ਗੁਰੂ ਕੇ ਮਹਿਲ ਵਿੱਚ ਬੈਠ ਕੇ ਦਾਸਾਂ ਦਾ ਦੁੱਖ ਦੂਰ ਕਰਦੇ ਆ।
ਹਾਂਜੀ ਮੰਦਰ ਕੇ ਅੰਦਰ ਬਿਰਾਜੈ ਰੂਪ ਸੁੰਦਰ ਸੋ ਹਾਂਜੀ। ਆਨੰਦ ਬਿਲੰਦ ਕੈ ਲਵਾਜ ਪਤ ਹੋਏ ਹੈ। ਤੇ ਸਾਧ ਸੰਗਤ ਦੀ ਬੜੀਆਂ ਖੁਸ਼ੀਆਂ ਅੰਮ੍ਰਿਤਸਰ ਵਿੱਚ ਹੋ ਰਹੀਆਂ। ਕਦੀ ਮਹਾਰਾਜ ਛੇਵੇਂ ਪਾਤਸ਼ਾਹ ਘਰ ਦੇ ਅੰਦਰ, ਕਦੀ ਬਾਹਰ, ਕਦੀ ਹਰਿਮੰਦਰ ਸਾਹਿਬ ਜਾਂਦੇ ਆ, ਪਰਿਕਰਮਾ ਵਿੱਚ ਖੇਡਦੇ ਆ। ਇਸ ਤਰ੍ਹਾਂ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕੇਤਕ ਬਿਤੇ ਹੈ ਮਾਸ ਬ੍ਰਿਧਤ ਪ੍ਰਕਾਸ਼ ਬਾਏ। ਅਜੇ ਅੰਮ੍ਰਿਤਸਰ ਵਿੱਚ ਆਇਆ, ਕੁਝ ਮਹੀਨੇ ਹੋਏ ਆ ਤੇ ਛੇਵੇਂ ਪਾਤਸ਼ਾਹ ਦਾ ਸਰੀਰ ਹੋਰ ਵੱਡਾ ਹੋਇਆ ਜੀ। ਹਾਂਜੀ ਹੋਏ 3 ਸੰਮਤ ਕੈ ਸ਼੍ਰੀ ਹਰਗੋਬਿੰਦ ਚੰਦ। ਤੇ 21 ਹਾੜ ਵਾਲਾ ਦਿਨ ਆਇਆ ਜੀ। ਆਖੋ ਵਾਹਿਗੁਰੂ। ਕਿਹੜਾ ਦਿਨ ਆਇਆ? ਹਾਂ 21 ਹਾੜ ਨੂੰ ਕੀ ਹੁੰਦਾ ਹੈ? ਗੁਰਪੁਰਬ ਹੁੰਦਾ ਹੈ ਛੇਵੇਂ ਪਾਤਸ਼ਾਹ ਦਾ। ਕਹਿੰਦੇ ਛੇਵੇਂ ਪਾਤਸ਼ਾਹ ਜੀ ਦੀ ਉਮਰ 3 ਸਾਲਾਂ ਦੀ ਹੋ ਗਈ ਜੀ ਪੂਰੇ। ਹਾਂਜੀ ਗੰਗਾ ਕੇ ਉਮੰਗ ਮਨ ਬੋਲੀ ਸ਼੍ਰੀ ਗੁਰੂ ਸੰਗ। ਮਾਂ ਨੂੰ ਤੇ ਚਾਅ ਚੜਨਾ ਹੀ ਹੈ ਨਾ। ਮਾਤਾ ਗੰਗਾ ਜੀ ਬੜੇ ਚਾਅ ਵਿੱਚ ਆਏ। ਮਾਤਾ ਗੰਗਾ ਜੀ ਛੇਵੇਂ ਪਾਤਸ਼ਾਹ ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ, ਬੇਗਨ ਬਿਸਾਲਨ ਤੇ ਪ੍ਰਭੂ ਨੇ ਉਬਾਰਿਓ ਆਨੰਦ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਨੇ ਕਿਰਪਾ ਕੀਤੀ, ਸਾਡੇ ਪੁੱਤਰ ਨੂੰ ਹਰ ਪ੍ਰਕਾਰ ਨਾਲ ਬਚਾ ਕੇ ਰੱਖਿਆ। ਹਾਂਜੀ ਬ੍ਰਹਮ ਭੋਜ ਕੀਜੈ ਆਪ ਅਧਿਕ ਪ੍ਰਤਾਪ ਹੋਏ। 3 ਸਾਲਾਂ ਦੇ ਹੋ ਗਏ ਨੇ। ਕਿਰਪਾ ਕਰੋ, ਜਦੋਂ ਦੇ ਅੰਮ੍ਰਿਤਸਰ ਚ ਆਏ ਆ ਕੋਈ ਵੱਡਾ ਲੰਗਰ ਨਹੀਂ ਕੀਤਾ। ਬ੍ਰਹਮ ਭੋਜ ਕਰੋ। ਬ੍ਰਹਮ ਭੋਜ ਹੁੰਦਾ ਜਿੱਥੇ ਸਾਰੇ ਹੀ ਆਉਣ। ਬ੍ਰਹਮ ਭੋਜ ਕਰੋ ਤਾਂ ਕਿ ਸਾਡੇ ਪੁੱਤਰ ਦਾ ਹੋਰ ਪ੍ਰਤਾਪ ਵਧੇ। ਕਹਿਣ ਲੱਗੇ ਜੇਨ ਕੇਨ ਤੀਜੀਏ ਆਹਾਰ ਹੋਏ ਆਨੰਦ ਕੰਦ। ਜਿਹਨੂੰ ਕਿਨੂੰ ਨਹੀਂ ਸਾਰਿਆਂ ਨੂੰ ਹੀ ਸੱਦੀਏ। ਮਹਾਰਾਜ ਸਾਰੇ ਹੀ ਆ ਕੇ ਪ੍ਰਸ਼ਾਦਾ ਪਾਣੀ ਛਕਣ। ਹਾਂਜੀ ਖਾਏ ਹਰ ਖਾਵੇਂ ਦੇਖ ਆਸ਼ਿਕ ਅਲਾਵੇਂ। ਮਹਾਰਾਜ ਸਾਡੇ ਪੁੱਤਰ ਜੀ 3 ਸਾਲਾਂ ਦੇ ਹੋਏ ਨੇ, ਸਾਰੇ ਲੰਗਰ ਛਕਣ, ਖੁਸ਼ੀ ਮਨਾਉਣ ਤੇ ਮਹਾਰਾਜ ਆਸ਼ੀਰਵਾਦ ਦੇਣ ਸਾਰੇ। ਹਾਂਜੀ ਬਾਹੋ ਜਸ ਬਿਰ ਥਾਵੇਂ ਗਏ ਬਿਲੰਦ ਹੀ ਨਕੰਦ ਧੁੰਦ। ਮਹਾਰਾਜ ਅਸੀਸਾਂ ਦੇਣਗੇ, ਦੁੱਖਾਂ ਨੂੰ ਕੱਟਣ ਵਾਲਾ ਜਸ ਫੈਲਾਉਣਗੇ। ਹਾਂਜੀ ਬਾਨੀ ਪੁੰਨ ਸਾਨੀ ਸੁਨ ਸਤ ਗੁਰੂ ਅਰਜਨ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਮਾਤਾ ਗੰਗਾ ਜੀ ਦਾ ਇਹ ਫੁਰਨਾ ਸੁਣਿਆ ਵੀ ਮਾਤਾ ਜੀ ਵੱਡਾ ਲੰਗਰ ਲਾਉਣਾ ਚਾਹੁੰਦੇ ਆ। ਹਾਂਜੀ ਹੋਏ ਕੈ ਹਰਖ ਮਨ ਹੁਕਮ ਬਖਾਨਿਓ। ਦਾਨ ਪੁੰਨ ਵਾਲੇ ਬਚਨ ਸੁਣ ਕੇ ਗਰੀਬ ਨਵਾਜ ਬੜੇ ਖੁਸ਼ ਹੋਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹੋਏ ਕੈ ਹਰਖ ਮਨ ਹੁਕਮ ਬਖਾਨਿਓ। ਮਹਾਰਾਜ ਖੁਸ਼ ਹੋਏ। ਸਾਧ ਸੰਗਤ ਜੀ ਜਦੋਂ ਵੀ ਕੋਈ ਸਿੱਖ ਦਾਨ ਪੁੰਨ ਦੀ ਗੱਲ ਕਰਦਾ ਹੈ ਨਾ, ਮਹਾਰਾਜ ਗਰੀਬ ਨਵਾਜ ਜੀ ਦੀ ਖੁਸ਼ੀ ਹੁੰਦੀ ਹੈ। ਬਹੁਤ ਸਾਰੇ ਦੁੱਖ ਜਿਹੜੇ ਆ ਉਹ ਦਾਨ ਪੁੰਨ ਨਾਲ ਕੱਟੇ ਜਾਂਦੇ ਆ ਬੰਦੇ ਦੇ। ਅੱਜ ਦਾਨ ਸ਼ਬਦ ਤੋਂ ਨਾ ਸਾਡੇ ਬੰਦੇ ਬੜੀ ਐਲਰਜੀ ਕਰਦੇ ਆ। ਪਰ ਤੁਸੀਂ ਇਤਿਹਾਸ ਸੁਣ ਰਹੇ ਨਾ, ਬਾਨੀ ਪੁੰਨ ਸਾਨੀ, ਦਾਨ ਪੁੰਨ ਦੀਆਂ ਗੱਲਾਂ ਸੁਣ ਕੇ। ਹਾਂਜੀ ਸਤਿਗੁਰੂ ਅਰਜਨ ਸਾਹਿਬ ਕੀ ਹੋਏ ਆ? ਹਰਖਮਾਨ ਹੋਏ, ਖੁਸ਼ ਹੋਏ ਨੇ ਮਹਾਰਾਜ। ਸੋ ਮਹਾਰਾਜ ਬੜੇ ਖੁਸ਼ ਹੋਏ ਨੇ ਵੀ ਗੰਗਾ ਜੀ ਨੇ ਬੜੀ ਸੋਹਣੀ ਗੱਲ ਕੀਤੀ ਹੈ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਇੰਝ ਹੁਕਮ ਕੀਤਾ ਜੀ। ਫਿਰ ਦੀਜੈ ਪੁੰਜ ਧਨ ਆਵੇ ਵਸਤੂ ਅਨੇਕ। ਮਹਾਰਾਜ ਕਹਿਣ ਲੱਗੇ ਫਿਰ ਗੰਗਾ ਜੀ ਖੁੱਲੀ ਮਾਇਆ ਖਰਚੋ। ਕਹਿਣ ਲੱਗੇ ਖੂਬ ਵਸਤੂਆਂ ਲੈ ਕੇ ਆਓ। ਮਨ ਕੀਜੀਏ ਬਿਸਵਾਲ ਹੈ ਅਤੋਟ ਅਨ ਆਨਿਓ। ਜੋ ਮਨ ਵਿੱਚ ਫੁਰਨਾ ਆਉਂਦਾ ਹੈ ਐਸਾ ਲੰਗਰ ਬਣਾਓ ਤੇ ਲੰਗਰ ਅਤੋਟ ਹੋਣਾ ਚਾਹੀਦਾ। ਖੁੱਲਾ ਲੰਗਰ ਬਣਵਾਓ ਤੇ ਤੋਟ ਨਾ ਹੋਵੇ। ਕਹਿਣ ਲੱਗੇ ਫਿਰ ਕੋਈ। ਹਾਂਜੀ ਮਾਨੁਖ ਅਸੰਖ ਆਵੇਂ ਭੋਜਨ ਜੋ ਮਨ ਭਾਵੈ। ਮਹਾਰਾਜ ਕਹਿੰਦੇ ਹੋਣਾ ਚਾਹੀਦਾ ਹੈ ਅਨੇਕ ਮਨੁੱਖ ਆਉਣ, ਭੋਜਨ ਹੋਵੇ, ਦਾਨ ਪੁੰਨ ਹੋਏਗਾ। ਤੁਸੀਂ ਸੁਣਿਆ ਨਾ ਉਹ ਭਾਈ ਸਾਹਿਬ ਜੀ ਦੀ ਸਾਖੀ ਜੀ, ਭਾਈ ਬੁੱਧੂ ਦੀ। ਗੁਰੂ ਅਰਜਨ ਸਾਹਿਬ ਨੇ ਉਹਨੂੰ ਵੀ ਆਖਿਆ ਸੀਗਾ ਜੇ ਆਵਾ ਪੱਕਾ ਕਰਾਉਣਾ ਚਾਹੁੰਦਾ ਹੈ ਤੇ ਫਿਰ ਸਿੱਖਾਂ ਨੂੰ ਪ੍ਰਸ਼ਾਦਾ ਛਕਾ, ਤੇਰੇ ਪੁੰਨ ਬਣਨਗੇ। ਹਾਂਜੀ
ਤੇ ਉਹ ਛਕਾਇਆ ਵੀ ਜੀ। ਚਲੋ ਗਲਤੀ ਹੋ ਗਈ, ਇੱਕ ਭਾਈ ਲੱਖੂ ਨੂੰ ਨਹੀਂ ਛਕਾ ਸਕੇ ਜੀ। ਮਹਾਰਾਜ ਕਹਿਣ ਲੱਗੇ ਫਿਰ ਖੁੱਲੇ ਸੰਗਤਾਂ ਨੂੰ ਸੱਦੋ ਸਾਰਿਆਂ ਨੂੰ। ਹਾਂਜੀ, ਖਾਵੇਂ ਹਰ ਖਾਵੇਂ ਕਰੇ ਪਾਕ ਕੋ ਮਹਾਨਿਓ। ਮਹਾਰਾਜ ਕਹਿਣ ਲੱਗੇ ਐਸਾ ਲੰਗਰ ਹੋਵੇ ਸਾਰੇ ਖੁਸ਼ ਹੋ ਕੇ ਜਾਣ। ਚੇਤਾ ਰੱਖਿਓ, ਜਿਸ ਘਰੋਂ ਗੁਰੂ ਦੇ ਸਿੱਖ ਖੁਸ਼ ਹੋ ਕੇ ਜਾਣ ਉੱਥੇ ਦੁੱਖ ਨਹੀਂ ਗੇੜਾ ਲਾਉਂਦੇ ਜੀ। ਹਾਂਜੀ, ਘ੍ਰਿਤ ਕੋ ਮੰਗਾਵੋ ਸਰਕਰਾ ਕੋ ਖਰੀਦ ਲਿਆਵੋ। ਮਹਾਰਾਜ ਕਹਿਣ ਲੱਗੇ ਘ੍ਰਿਤ ਕੋ ਮੰਗਾਵੋ। ਘ੍ਰਿਤ ਕੀ ਹੁੰਦਾ ਹੈ ਭਲਾ? ਹਾਂ, ਬੜੇ ਲੰਮੇ ਸਮੇਂ ਦੀ ਕਥਾ ਸੁਣਦੇ ਨਾ ਪ੍ਰੇਮੀ, ਪਤਾ ਲੱਗ ਜਾਂਦਾ ਜੀ ਅਰਥਾਂ ਦਾ ਜੀ। ਘ੍ਰਿਤ ਕੀ ਹੁੰਦਾ? ਘਿਓ। ਮਹਾਰਾਜ ਕਹਿੰਦੇ ਦੇਸੀ ਘਿਓ ਖੁੱਲਾ ਮੰਗਵਾਓ ਤੇ ਸਰਕਰਾ ਕੋ ਖਰੀਦ ਲਿਆਵੋ। ਸਰਕਰਾ, ਸਰਕਰਾ ਹੁੰਦੀ ਹੈ ਖੰਡ। ਬੜੀ ਦੁਰਲੱਭੀ ਚੀਜ਼ ਸੀ ਉਸ ਸਮੇਂ ਦੀ। ਵਧੀਆ ਖੰਡ ਲੈ ਕੇ ਆਵੋ। ਸੁੰਦਰ ਗਧੂਮ ਕੋ ਪਿਸਾਵੋ ਜੋ ਪ੍ਰਮਾਨਿਓ। ਤੇ ਸੋਹਣਾ ਕਣਕ ਦਾ ਆਟਾ ਜਿਹੜਾ ਉਹ ਪਿਸਵਾਓ। ਮਹਾਰਾਜ ਕਹਿਣ ਲੱਗੇ ਉਰੋਂ ਇਹ ਵੀ ਦੁਰਲੱਭੀ ਸੀ ਸਾਧ ਸੰਗਤ ਜੀ। ਹਾਂਜੀ, ਦਾਸਨ ਦਰਬ ਦੇਹ ਵਸਤੂ ਮੰਗਾਈ ਸਭ। ਮਾਤਾ ਗੰਗਾ ਜੀ ਨੇ ਫਿਰ ਖੁੱਲੀ ਮਾਇਆ ਦਿੱਤੀ, ਸਿੱਖਾਂ ਕੋਲੋਂ ਖੁੱਲੀ ਮਾਇਆ ਦਵਾਈ ਤੇ ਸਾਧ ਸੰਗਤ ਦੀ ਸਾਰੀਆਂ ਵਸਤੂਆਂ ਮੰਗਵਾਈਆਂ ਜੀ। ਧਰੇ ਹੈ ਕਰਾਹੇ ਬਹੁ ਕੀਨ ਪਕਵਾਨ ਕੋ। ਤੇ ਫਿਰ ਧਰ ਦਿੱਤੇ ਜੀ ਕੜਾਈਆਂ ਜੀ, ਵੱਡੇ ਵੱਡੇ ਕੜਾਏ ਧਰੇ। ਤੇ 6ਵੇਂ ਪਾਤਸ਼ਾਹ ਦੇ 3 ਸਾਲ ਦੇ ਹੋਣ ਦੀ ਖੁਸ਼ੀ ਵਿੱਚ ਲੰਗਰ ਤਿਆਰ ਹੋਣ ਲੱਗਾ। ਲੰਗਰ ਸੁਣਿਓ ਮਾਤਾ ਜੀ ਨੇ ਕੈਸਾ ਤਿਆਰ ਕਰਾਇਆ ਜੀ। ਹਾਂਜੀ, ਕਰਿਓ ਹੈ ਕਰਾਹਾ ਪੂਪ ਪੂਰੀ ਕਾ ਕਚੋਰੀ ਬਹੋ। ਸਭ ਤੋਂ ਪਹਿਲਾਂ ਤੇ ਵੱਡੀ ਮਾਤਰਾ ਵਿੱਚ ਕੜਾਹ ਪ੍ਰਸ਼ਾਦ ਤਿਆਰ ਹੋਇਆ ਜੀ। ਵੱਡੀ ਮਾਤਰਾ ਚ। ਉਹ ਪਹਿਲਾਂ ਸਿੱਖ ਛਕਦੇ ਵੀ ਜ਼ਿਆਦਾ ਸੀ ਨਾ ਜੀ। ਹੁਣ ਤੇ ਵਰਤਾਉਣ ਵਾਲਾ ਵੀ ਇੰਨੀ ਕੀ ਵਰਤਾਉਂਦਾ ਤੇ ਲੈਣ ਵਾਲਾ ਤਾਂ ਇੰਨੀ ਕੀ ਗੱਲ ਕਰਦਾ ਜੀ। ਹਾਂਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਖੁੱਲਾ ਕੜਾਹ ਪ੍ਰਸ਼ਾਦ ਬਣਵਾਇਆ ਜੀ, ਖੁੱਲਾ। ਤੇ ਫਿਰ ਅੱਗੇ ਕਹਿੰਦੇ ਆ ਪੂਪ ਪੂਰਕਾ। ਅੱਜ ਕੇ ਆਖੋ ਵਾਹਿਗੁਰੂ। ਪੂਪ ਤੇ ਪੂਰਕਾ, ਪੂੜੇ ਤੇ ਪੂੜੀਆਂ ਬਣਵਾਈਆਂ ਮਹਾਰਾਜ ਗਰੀਬ ਨਵਾਜ ਜੀ ਨੇ। ਕਚੌਰੀ, ਕਚੌਰੀਆਂ ਵੀ ਬਣਵਾਈਆਂ ਜੀ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਮੋਦਕ ਬਣਾਏ ਜਿਉ ਮੋਦਕ ਮਹਾਨ ਕੋ। ਕਹਿਣ ਲੱਗੇ ਫਿਰ ਵੱਡੇ ਵੱਡੇ ਮੋਦਕ ਬਣਵਾਏ ਜੀ ਮਾਤਾ ਜੀ ਨੇ ਜੀ, ਲੱਡੂ ਵੰਡਣ ਵਾਸਤੇ ਜੀ। ਬੜੀ ਖੁਸ਼ੀ ਵਿੱਚ ਆ ਕੇ ਲੱਡੂ ਬਣਵਾਏ ਜੀ। ਮੋਦਕ ਬਣਾਏ ਜੋ ਮੋਦਕ ਮਹਾਨ ਕੋ। 2 ਵਾਰੀ ਮੋਦਕ ਸ਼ਬਦ ਆਇਆ ਨਾ। ਇੱਕ ਮੋਦਕ ਦਾ ਅਰਥ ਹੈ ਖੁਸ਼ੀ ਜੀ। ਮਹਾਨ ਖੁਸ਼ੀ ਨੂੰ ਮੁੱਖ ਰੱਖਦਿਆਂ ਮਾਤਾ ਜੀ ਨੇ ਮੋਦਕ ਬਣਵਾਏ, ਲੱਡੂ ਬਣਵਾਏ। ਮੇਵੇ ਸੋ ਅਮੇਜ਼ ਕਰ ਰਾਇਤਾ ਸਲੋਨ ਬੜੋ। ਮੇਵੇ ਮਿਲਾ ਕੇ ਲੂਣ ਵਾਲਾ ਰਾਇਤਾ ਬਣਵਾਇਆ ਜੀ। ਦਹੀਂ ਚ ਪਕੌੜੀਆਂ ਪਾਈਆਂ ਜੀ ਮਾਤਾ ਜੀ ਨੇ ਜੀ। ਹਾਂਜੀ, ਮੂਲਿਕਾ ਬ੍ਰਿੰਧਾ ਰਕ ਰਿਧਾਏ ਸੰਗ ਖਾਨ ਕੋ। ਮੂਲੀਆਂ ਦੀ ਸਬਜ਼ੀ, ਬੈਂਗਣ, ਹੋਰ ਬੜਾ ਕੁਝ ਬਣਾਇਆ ਗਿਆ ਜੀ ਲੰਗਰ ਵਿੱਚ। ਭੋਜਨ ਸੋ ਕੋਸ਼ਟ ਪਰਹਾਇਓ ਭਾਂਤ ਭਾਂਤ ਕਰ। ਹਾਂ, ਬੜੇ ਤਰੀਕਿਆਂ ਦਾ ਭੋਜਨ ਬਣਾ ਬਣਾ ਕੇ ਬਹੁਤ ਵਧੀਆ ਪ੍ਰਸ਼ਾਦਾ ਤਿਆਰ ਕਰ ਕਰਕੇ ਇੱਕ ਪਾਸੇ ਰੱਖਿਆ ਗਿਆ ਜੀ। ਹੁਣ ਅਗਲੀ ਗੱਲ ਧਿਆਨ ਨਾਲ ਸੁਣਨੀ ਹੈ, ਸਾਵਧਾਨ ਹੋਵੋ। ਆਖੋ ਵਾਹਿਗੁਰੂ। ਪਹਿਲਾਂ ਦੱਸੋ ਕੀ ਕੀ ਬਣਿਆ ਜੀ? ਸਭ ਤੋਂ ਪਹਿਲਾਂ ਕੀ ਬਣਾਇਆ? ਕੜਾਹ ਪ੍ਰਸ਼ਾਦ ਬਣਾਇਆ ਖੁੱਲਾ। ਫਿਰ ਪੂੜੇ, ਪੂੜੀਆਂ, ਕਚੌਰੀਆਂ, ਲੱਡੂ, ਰਾਇਤਾ, ਹਾਂਜੀ, ਮੂਲੀਆਂ, ਬੈਂਗਣ, ਇਹੋ ਜਿਹਾ ਬਹੁਤ ਕੁਝ ਬਣਾ ਕੇ ਕੋਠਾ ਭਰ ਕੇ ਰੱਖ ਲਿਆ ਜੀ। ਹਾਂਜੀ, ਸਿੱਖਨ ਕੋ ਬਿਠਾਇਓ ਕਰੇ। ਸਿੱਖੇ ਕੋ, ਸਿੱਖੇ ਕੋ ਬਿਠਾਇਓ ਕਰੇ ਜਪ ਜੀ ਬਖਾਨ ਕੋ। ਸਭ ਕੁਝ ਜਦੋਂ ਬਣ ਗਿਆ ਨਾ ਤੇ ਲਾਗੇ ਸਿੱਖ ਨੂੰ ਬਿਠਾ ਕੇ ਮਹਾਰਾਜ ਕਹਿੰਦੇ ਹੁਣ ਜਪਜੀ ਸਾਹਿਬ ਦਾ ਪਾਠ ਕਰ ਭਾਈ, ਪਾਠ ਕਰ ਜਪਜੀ ਸਾਹਿਬ ਦਾ। ਮਰਿਆਦਾ ਨਾ ਜੀ। ਬਹੁਤ ਸਾਰੇ ਗੁਰੂ ਘਰਾਂ 'ਚ ਵੀ ਇਹ ਮਰਿਆਦਾ ਨਹੀਂ ਹੈ ਕਿ ਜਦੋਂ ਦੇਗ ਕੜਾਹ ਪ੍ਰਸ਼ਾਦ ਬਣਦੀ ਉਦੋਂ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਦਾ ਪਾਠ ਜ਼ਰੂਰੀ ਹੈ। ਕੋਈ ਨਹੀਂ ਪੜ੍ਹਦਾ ਜੀ ਹੁਣ, ਪਰ ਮਹਾਰਾਜ ਦੀ ਮਰਿਆਦਾ ਵੇਖ ਲਓ। ਸਿੱਖ ਕੋ ਬਿਠਾਏ
ਕਰੈ ਜਪਜੀ ਬਖਾਨ ਕੋ। ਸਿੱਖ ਨੂੰ ਬਿਠਾ ਕੇ ਕਹਿੰਦੇ ਲਾਗੇ ਸਾਰੇ ਪਦਾਰਥਾਂ ਦੇ ਲਾਗੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰ ਕਹਿਣ ਲੱਗੇ। ਸੋ ਸਭ ਪਦਾਰਥ ਤਿਆਰ ਹੋਏ, ਜਪਜੀ ਸਾਹਿਬ ਦਾ ਪਾਠ ਹੋਇਆ ਜੀ ਲਾਗੇ ਜੀ। ਹਾਂਜੀ, ਪ੍ਰਿਥੀਆ ਸੋ ਪ੍ਰਥਮ ਹਕਾਰਿਓ ਸਨਮਾਨ ਕਰ। ਸਭ ਤੋਂ ਪਹਿਲਾਂ ਕਿਹਨੂੰ ਸੱਦਿਆ ਜੀ ਮਹਾਰਾਜ ਨੇ? ਬਾਬੇ ਪ੍ਰਿਥੀਏ ਨੂੰ ਸੱਦਿਆ ਜੀ, ਬੜੇ ਸਨਮਾਨ ਨਾਲ ਸੱਦਿਆ ਜੀ। ਕਰਮੋਂ ਬੁਲਾਈ ਸੰਗ ਦਾਸੀ ਚੱਲ ਆਈ ਹੈ। ਬੇਬੇ ਕਰਮੋ ਜੀ ਨੂੰ ਵੀ ਸੱਦਿਆ ਜੀ, ਉਹ ਵੀ ਆਪਣੀਆਂ ਦਾਸੀਆਂ ਦੇ ਸਮੇਤ ਆਈ ਹੈ ਜੀ ਉੱਥੇ। ਮਹਾਦੇਵ ਮਹਾਮੋਦ ਹਿਰਦੈ ਕਰ ਆਇਓ ਆਪ। ਬਾਬਾ ਮਹਾਦੇਵ ਜੀ ਨੂੰ ਵੀ ਸੱਦਾ ਭੇਜਿਆ, ਬਾਬਾ ਜੀ ਤੁਸੀਂ ਵੀ ਆਉਣਾ ਹੈ। ਸਭ ਤੋਂ ਸਤਿਕਾਰਯੋਗ ਨੇ, ਗੁਰੂ ਰਾਮਦਾਸ ਜੀ ਦੇ ਪੁੱਤਰ ਨੇ, ਹਿਰਦਾ ਨੇਕ ਹੈ। ਬਾਬਾ ਮਹਾਦੇਵ ਮਹਾਮੋਦ ਹਿਰਦੈ ਕਰ ਆਇਓ ਆਪ। ਬਾਬਾ ਮਹਾਦੇਵ ਜੀ ਬੜੀ ਖੁਸ਼ੀ ਧਾਰ ਕੇ ਮਨ ਵਿੱਚ ਫਿਰ ਆਏ ਜੀ ਲੰਗਰ ਵਾਲੀ ਜਗ੍ਹਾ ਤੇ। ਔਰ ਸਿੱਖ ਸੰਗਤਾਂ ਮਿਲੀ ਜੋ ਸਮੁਦਾਈ ਹੈ। ਹੋਰ ਸਿੱਖ ਸੰਗਤਾਂ ਦੇ ਟੋਲੇ ਇਕੱਠੇ ਹੋ ਕੇ ਸੰਦੇਸ਼ੇ ਜਿੱਥੇ ਜਿੱਥੇ ਪਹੁੰਚੇ ਸਨ, ਸਾਰੀਆਂ ਸੰਗਤਾਂ ਆ ਗਈਆਂ। ਬ੍ਰਿਪ ਆਏ ਬ੍ਰਿੰਦ ਮਿਲ ਸੁਨ ਸੁਨ ਗ੍ਰਾਮਨ ਤੇ ਬਹੁਤ ਸਾਰੇ ਪਿੰਡਾਂ ਵਿੱਚੋਂ ਬ੍ਰਾਹਮਣ ਵੀ ਆਏ ਜੀ। ਫਿਰ ਜੀ ਉਹਨਾਂ ਨੂੰ ਵੀ ਬ੍ਰਹਮ ਭੋਜ ਦਾ ਸੱਦਾ ਸੀਗਾ। ਗੁਰੂ ਘਰ ਤੇ ਸਾਰਿਆਂ ਵਾਸਤੇ ਹੀ ਹੈ ਜੀ। ਜਿੱਥੇ ਗੁਰੂ ਦੇ ਸਿੱਖ ਆਏ ਆ ਉੱਥੇ ਬ੍ਰਾਹਮਣ ਵੀ ਆਏ ਹਨ। ਰੰਕ ਭਏ ਆਨਗਨ ਪੰਕਤ ਬਿਠਾਈ ਹੈ। ਬਹੁਤ ਸਾਰੇ ਮੰਗਣ ਵਾਲੇ ਆਏ ਜੀ। ਹਾਂਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਮੰਗਣ ਵਾਲੇ ਤੇ ਬਾਹਰ ਬਿਠਾ ਕੇ ਛਕਾਓ। ਮਹਾਰਾਜ ਨੇ ਕਿਹਾ ਸਾਰਿਆਂ ਨੂੰ ਇੱਕ ਪੰਗਤ 'ਚ ਬਿਠਾਓ ਕਹਿਣ ਲੱਗੇ। ਉਸੇ ਪੰਗਤ 'ਚ ਬ੍ਰਾਹਮਣ, ਉਸੇ ਪੰਗਤ 'ਚ ਮੰਗਣ ਵਾਲੇ ਬਿਠਾਏ ਜੀ। ਕਿਉਂ? ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋ। ਹਾਂਜੀ, ਲੱਗੇ ਹੈ ਪਰੋਸਨ ਅਸਨ ਕੋ ਅਨੇਕ ਨਾਰ। ਥਾਲੀਏ ਵਰਤ ਗਏ ਜੀ, ਪੱਤਲ ਵਰਤ ਗਏ ਜੀ। ਹਾਂਜੀ, ਤੇ ਫਿਰ ਵਰਤਾਵੇ ਬੜੇ ਟ੍ਰੇਨਡ ਲੱਗੇ ਹੋਏ ਨੇ ਜੀ। ਇੱਕ ਰਸ ਸਭ ਲਾਈਨਾਂ ਪੰਗਤਾਂ ਵਿੱਚ ਜਾ ਕੇ ਪ੍ਰਸ਼ਾਦਾ ਪਰੋਸਣ ਲੱਗ ਪਏ। ਲੇਹ ਦੇਹ ਬਾਣੀ ਤਹ ਅਨਨ ਅਲਾਈ ਹੈ। ਤੇ ਲੇਹ ਦੇਹ ਬਾਣੀ ਤਹ ਅਨਨ ਅਲਾਈ ਹੈ। ਕੋਈ ਕਹਿੰਦਾ ਲਓ ਜੀ, ਕੋਈ ਕਹਿੰਦਾ ਦਓ ਜੀ। ਲੇਹ ਦੇਹ ਕਹਿਣ ਲੱਗੇ ਲਓ ਜੀ, ਦੇਵੋ ਜੀ। ਇਸ ਤਰੀਕੇ ਨਾਲ ਪਿਆਰ ਦੇ ਨਾਲ ਕਹਿ ਰਹੇ ਨੇ ਜੀ। ਪੂੜੀਆਂ ਵਾਹਿਗੁਰੂ, ਕੜਾਹ ਪ੍ਰਸ਼ਾਦ ਵਾਹਿਗੁਰੂ, ਮੂਲੀਆਂ ਦੀ ਸਬਜ਼ੀ, ਬੜੇ ਪ੍ਰੇਮ ਨਾਲ ਪੁੱਛ ਰਹੇ ਨੇ। ਹਾਂਜੀ, ਜਿਤਨੋ ਅਸਨ ਖਾਏ ਨਰ ਤੇ ਪਤਾਏ ਰਹਿ। ਮਹਾਰਾਜ ਗਰੀਬ ਨਵਾਜ ਜੀ ਨੇ ਵਰਤਾਵਿਆਂ ਨੂੰ ਸਮਝਾਇਆ ਵੀ ਵਾਧੂ ਨਹੀਂ ਵਰਤਾਉਣਾ, ਜਿੰਨਾ ਕੁ ਕੋਈ ਛਕੇ ਓਨਾ ਹੀ ਵਰਤਾਉਣਾ ਹੈ। ਹਾਂਜੀ, ਏਕ ਬਾਰ ਤੇਤਨੋ ਪਰੋਸਿਓ ਹੈ ਬਨਾਏ ਕਰ। ਸੋ ਬੜੇ ਧਿਆਨ ਨਾਲ ਵਰਤਾਵੇ ਓਨਾ ਵਰਤਾਉਂਦੇ ਆ। ਚੇਤਾ ਰੱਖਿਓ, ਮੈਂ ਅੱਜ ਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਬਚਨ ਪੜ੍ਹ ਰਿਹਾ ਸਾਂ ਜੀ। ਮਹਾਰਾਜ ਜੀ ਦਾ ਬਚਨ, ਉਹਨਾਂ ਕਿਹਾ, ਬਚਨ ਲਿਖਿਆ ਸੀ, ਬਹੁਤ ਭੁੱਖ ਲੱਗੇ ਅੰਨ ਜੇਬਣਾ। ਭੁੱਖ ਜ਼ਿਆਦਾ ਲੱਗੀ ਹੋਵੇ ਉਦੋਂ ਛਕਣਾ, ਤੇ ਦੂਜਾ ਅੰਨ ਛੱਡਣਾ ਨਹੀਂ, ਝੂਠਾ ਨਹੀਂ ਛੱਡਣਾ। ਸੋ ਬੜੇ ਧਿਆਨ ਨਾਲ ਵਰਤਾਵੇ ਵਰਤਾ ਰਹੇ ਸਾਰਾ ਕੁਝ ਜੀ। ਹਾਂਜੀ, ਕੋ ਦੇਹ ਮੋਦਕ ਸੋ ਪੂਰੀ ਕਾ ਕਰਾਹਾ ਦੇਤ। ਕੋਈ ਲੱਡੂ ਵਰਤਾ ਰਿਹਾ, ਕੋਈ ਪੂੜੇ ਪੂੜੀਆਂ ਵਰਤਾ ਰਿਹਾ, ਕੋਈ ਕੜਾਹ ਪ੍ਰਸ਼ਾਦ ਵਰਤਾ ਰਿਹਾ। ਪੂਪ ਸੋ ਕਚੋਰੀ ਖਾਏ ਰਹੇ ਤ੍ਰਿਪਤਾਏ ਕਰ। ਕਈ ਕਚੌੜੀਆਂ ਵਰਤਾ ਰਹੇ ਨੇ। ਸਾਰੇ ਬੜੇ ਰੱਜ ਰੱਜ ਕੇ ਛਕ ਰਹੇ ਜੀ। ਬੇਬੀਆਂ ਵੀ ਛਕ ਰਹੀਆਂ, ਸਿੱਖ ਵੀ ਛਕ ਰਹੇ ਨੇ। ਹਾਂਜੀ, ਦਹਦ ਸੋ ਪਕੌੜੀ ਬਰੇ ਜ਼ੀਰਕ ਮਿਰਚ ਪਾਏ। ਦਹੀਂ ਦੇ ਵਿੱਚ ਪਕੌੜੀਆਂ ਭੱਲੇ ਪਾਏ ਨੇ, ਜੀਰਾ ਵਿੱਚ ਪਾਇਆ ਤੇ ਮਿਰਚਾਂ ਪਾਈਆਂ ਹੋਈਆਂ ਨੇ ਜੀ। ਹਾਂਜੀ, ਧਨੀਆ ਲਵਨ ਸੋ ਪਰੋਸੀ ਹੈ ਮਿਲਾਏ ਕਰ। ਉੱਤੇ ਹਰਾ ਹਰਾ ਧਨੀਆ ਪਾਇਆ ਕਹਿਣ ਲੱਗੇ। ਹਾਂਜੀ, ਧਨੀਆ ਪਾਇਆ, ਲੂਣ ਪਾ ਕੇ ਬਹੁਤ ਮਿਕਸ ਕਰਕੇ ਬੜਾ ਵਧੀਆ ਬਣਾਇਆ ਕਹਿਣ ਲੱਗੇ। ਹਾਂਜੀ, ਸਾਧ ਕੋ ਸਰਾ ਹੈ ਅਧੇ ਲਾਹਦ ਉਮਾ ਹੈ ਮਨ। ਲੰਗਰ ਹੋਵੇ ਜੀ ਤੇ ਕੋਈ ਸਵਾਦ ਹੀ ਨਾ ਹੋਵੇ ਜੀ ਉਹਦਾ ਜੀ। ਹੈ ਗੱਜ ਕੇ ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਨੇ ਛਕਣਾ ਜੀ, ਤੇ ਲੰਗਰ ਦਾ ਕੋਈ ਸਵਾਦ ਹੀ ਨਾ ਹੋਵੇ, ਉਹਦਾ ਕੀ ਫਾਇਦਾ ਜੀ। ਸਿੱਖ ਪ੍ਰਸ਼ਾਦਾ ਛਕ ਰਹੇ ਆ,
ਤੇ ਕਹਿ ਰਹੇ ਨੇ ਸਾਰੇ ਸਾਧ ਕੋ ਸਰਾਂ ਹੈ। ਸਾਰੇ ਕਹਿੰਦੇ ਆ ਬਹੁਤ ਸਵਾਦ ਬਣਿਆ ਹੋਇਆ। ਕਹਿਣ ਲੱਗੇ ਇਹ ਲਾਦਤ ਉਮਾ ਹੈ ਮਨ, ਖੁਸ਼ ਹੋ ਕੇ ਹੋਰ ਛਕਦੇ, ਵੱਧ ਛਕਦੇ ਜੀ। ਹਾਂਜੀ, ਤ੍ਰਿਪਤ ਹੋਇ ਚਾਹੇ ਖਾਨ ਰਹੇ ਬਿਸਮਾਏ ਕਰ। ਕਹਿੰਦੇ ਰੱਜ ਗਏ ਆ, ਪਰ ਉਸ ਲੰਗਰ 'ਚ ਬਰਕਤ ਇੰਨੀ ਜੀ ਕਰਦਾ ਹੋਰ ਛਕ ਲਈਏ ਜੀ। ਹੁਣ ਵੇਖੋ ਨਾ ਜੀ, ਵਸਤੂ ਸਵਾਦ ਬਣੀ ਹੋਏਗੀ ਫੇਰ ਹੀ ਬੰਦਾ ਛਕੇਗਾ ਨਾ ਜੀ ਵਧੀਆ। ਤੇ ਵਸਤੂ ਸਵਾਦ ਨਹੀਂ ਬਣੀ ਹੋਏਗੀ ਤੇ ਜਿਹੜੀ ਪਈ ਉਹਨੂੰ ਵੀ ਛੱਡਣ ਦਾ ਜੀ ਕਰੇਗਾ। ਸ਼ੁੱਧ ਦੇਸੀ ਘਿਓ ਵਿੱਚ ਮਹਾਰਾਜ ਨੇ ਸਭ ਕੁਝ ਤਿਆਰ ਕਰਾਇਆ ਜੀ। ਮੈਂ ਗੁਰਮੁਖਾਂ ਲਾਗੇ ਬੈਠਾ, ਮੈਂ ਇੱਕ ਦਿਨ ਅੱਗੇ ਵੀ ਆਪ ਜੀ ਨੂੰ ਬਚਨ ਸੁਣਾਇਆ ਸੀ, ਹਰ ਕੰਮ ਦੀ ਜੁਗਤ ਸਿੱਖਣੀ ਚਾਹੀਦੀ, ਮਰਿਆਦਾ ਸਿੱਖਣੀ ਚਾਹੀਦੀ ਹੈ। ਮੈਂ ਗੁਰਮੁਖਾਂ ਲਾਗੇ ਬੈਠਾ ਤੇ ਡੇਰੀ ਵਾਲਿਆਂ ਦਾ ਘਰ ਤੇ 8ਵੇਂ ਪਾਤਸ਼ਾਹ ਦਾ ਉਹ ਗੁਰਪੁਰਬ ਮਨਾ ਰਹੇ ਜੀ। ਸਾਵਣ ਦੇ ਮਹੀਨੇ 'ਚ ਹੁੰਦਾ ਜੀ ਉਹ। ਤੇ ਪੂੜੇ ਕੱਢੇ ਜੀ ਉਹਨਾਂ ਨੇ ਜੀ। ਤੇ ਪੂੜਾ ਉਹਨਾਂ ਨੇ ਥੋੜਾ ਜਿਹਾ ਮੁੱਖ ਨੂੰ ਲਾ ਕੇ ਨਾ ਜੀ ਪੁੱਛਿਆ ਵੀ ਕਿਹਦੇ 'ਚ ਬਣਾਇਆ। ਤੇ ਜਿਨ੍ਹਾਂ ਦਾ ਡੇਅਰੀ ਵਾਲੇ ਆ ਜੀ ਜਿਹੜੇ, ਉਹ ਕਹਿੰਦੇ ਜੀ ਰਿਫਾਈਨਡ 'ਚ ਬਣਾਇਆ ਹੈ। ਆਪਣੀ ਘਰ ਦੀ ਡੇਅਰੀ ਜੀ ਉਹਨਾਂ ਦੀ। 3 ਭਰਾ ਜੀ ਸੱਦ ਲਏ ਜੀ। ਉਹ ਬਹੁਤ ਬੋਲੇ ਜੀ। ਉਹ ਹੈਂ ਕਹਿਣ ਲੱਗੇ ਵੀ ਇਹ ਡੇਅਰੀ ਵਾਲੇ ਹੋ ਕੇ ਦੇਸੀ ਘਿਓ ਦੀ ਕਮੀ ਕੋਈ ਨਹੀਂ ਤੇ ਤੁਸੀਂ ਸੰਗਤ ਨੂੰ ਰਿਫਾਈਨਡ ਛਕਾ ਰਹੇ ਜੇ। ਬਹੁਤ ਬੋਲੇ ਜੀ। ਉਹ ਕਹਿੰਦੇ ਦੱਸੋ ਇਹਦਾ ਕੋਈ ਕੀ ਖਾਏਗਾ, ਖਾ ਕੇ ਨੁਕਸਾਨ ਹੋਏਗਾ। ਉਹਨਾਂ ਜੀ ਜਿਹੜਾ ਆਵੇ ਉਹਨੂੰ ਦੱਸਣ ਵੀ ਇਹਨਾਂ ਰਿਫਾਈਨਡ 'ਚ ਬਣਾਏ ਜੇ, ਧਿਆਨ ਨਾਲ ਛਕਿਓ। ਜਿਹੜਾ ਆਵੇ ਉਹਨੂੰ ਦੱਸਣਾ। ਫਿਰ ਸਪੀਕਰ 'ਚ ਵੀ ਬੋਲਤਾ ਜੀ। ਮੈਂ ਮਨ 'ਚ ਲਾਗੇ ਬੈਠਾ ਫੁਰਨਾ ਬਣਾ ਲਿਆ ਵੀ ਇਹ ਪ੍ਰਚਾਰ ਹੀ ਕਰੀ ਜਾਂਦੇ ਰਿਫਾਈਨਡ ਦਾ ਹੀ, ਵੀ ਰਿਫਾਈਨਡ 'ਚ ਬਣਾਏ, ਰਿਫਾਈਨਡ 'ਚ ਬਣਾਏ। ਤੇ ਉਹਨਾਂ ਨੇ ਜੀ ਉਸੇ ਵੇਲੇ ਹੀ ਗੱਲ ਸ਼ੁਰੂ ਕਰ ਦਿੱਤੀ ਜੀ। ਕਹਿੰਦੇ ਭਾਈ ਜਿਹੋ ਜਿਹਾ ਛਕਾਓਗੇ ਉਹੋ ਜਿਹਾ ਹੀ ਅੱਗੇ ਜਾ ਕੇ ਛਕੋਗੇ। ਆਖ ਵਾਹਿਗੁਰੂ ਵਾਹਿਗੁਰੂ। ਜਿਹੋ ਜਿਹਾ ਸੰਗਤ ਨੂੰ ਛਕਾਓਗੇ ਉਹੋ ਜਿਹਾ ਹੀ ਅੱਗੇ ਜਾ ਕੇ ਛਕਣ ਨੂੰ ਮਿਲੇਗਾ। ਗੁਰੂ ਕੀ ਸੰਗਤ ਨੂੰ ਮਾੜੀ ਵਸਤੂ ਛਕਾਓਗੇ ਅੱਗੇ ਵਧੀਆਂ ਦੀ ਆਸ ਨਾ ਰੱਖਿਓ। ਕਹਿਣ ਲੱਗੇ ਧਿਆਨ ਰੱਖਣਾ ਹਰ ਗੱਲ ਦਾ। ਸਿੱਖ ਇਕੱਲਾ ਇਹ ਥੋੜੀ ਵੀ ਮਾੜਾ ਜਪੇ 8 ਪਾਠ ਸੁਖਮਣੀ ਸਾਹਿਬ ਦੇ ਕਰੇ ਤੇ ਸੰਗਤ ਨੂੰ ਮਾੜੇ ਪਦਾਰਥ ਛਕਾਈ ਜਾਵੇ ਜੀ। ਇਹ ਸਿੱਖ ਦਾ ਕੰਮ ਥੋੜੀ ਹੈਗਾ ਜੀ। ਸਿੱਖ ਤੇ ਫਿਰ ਸਾਰੀਆਂ ਗੱਲਾਂ ਦਾ ਧਿਆਨ ਰੱਖੇ ਜੀ। ਜੋ ਹੁਣ ਛਕਾਓਗੇ ਅੱਗੇ ਉਹ ਜਾ ਕੇ ਛਕਣਾ ਪਏਗਾ। ਸੋ ਸਾਰੇ ਇੰਨੇ ਵਧੀਆ ਪਦਾਰਥ ਮਹਾਰਾਜ ਨੇ ਬਣਵਾਏ ਹੈ, ਸਾਰੇ ਛਕ ਕੇ ਰੱਜ ਗਏ ਹੈ ਤੇ ਜੀ ਕਰਦਾ ਹੋਰ ਛਕ ਲਈਏ। ਹਾਂਜੀ, ਰੰਕਨ ਕੋ ਭੋਜਨ ਦਿਓ ਹੈ ਤ੍ਰਿਪਤਾਏ ਕਰ। ਕੋਈ ਵਿਤਕਰਾ ਨਹੀਂ ਕੀਤਾ। ਜਿਹੜੇ ਮੰਗਣ ਵਾਲੇ ਸਨ ਥਾਵਾਂ ਥਾਵਾਂ ਤੇ ਮੰਗਦੇ, ਬਿਲਕੁਲ ਮਹਾਰਾਜ ਨੇ ਬਿਠਾ ਕੇ ਇੱਕ ਬਰਾਬਰ ਰਜਾਇਆ ਸਾਰਿਆਂ ਨੂੰ ਜੀ। ਜਾਚਤ ਜਿਤਕ ਦੇਤ ਸਭਨ ਹਕਾਰ ਕਰ। ਜਿੰਨਾ ਕੋਈ ਮੰਗਦਾ ਹੈ ਉਹਨਾਂ ਮਹਾਰਾਜ ਦਵਾ ਰਹੇ ਨੇ ਸੱਚੇ ਪਾਤਸ਼ਾਹ। ਆਪ ਪੰਗਤਾਂ 'ਚ ਫਿਰ ਰਹੇ ਹਨ। ਹਾਂਜੀ, ਖਾਵਤ ਅਘਾਵੇਂ ਬਹੁ ਆਸ਼ਿਖ ਅਲਾਵੇਂ। ਤੇ ਛਕਦੇ ਆ, ਬ੍ਰਾਹਮਣ ਵੀ ਛਕ ਰਹੇ ਨੇ, ਦੂਜੇ ਸਿੱਖ ਵੀ ਛਕ ਰਹੇ ਆ, ਮੰਗਣ ਵਾਲੇ ਵੀ ਛਕ ਰਹੇ ਆ। ਸਾਰੇ ਹੀ ਛਕ ਕੇ ਨਾ ਰੱਜ ਕੇ ਆਸ਼ੀਰਵਾਦ ਕੀ ਦਿੰਦੇ ਆ ਉਹ ਸੁਣੋ। ਸ਼੍ਰੀ ਹਰਗੋਬਿੰਦ ਜੀਵੋ ਜਗ ਜੁਗ ਚਾਰ ਕਰ। ਗੱਜ ਕੇ ਆਖੋ। ਤੇ ਸਾਰੇ ਕਹਿੰਦੇ ਏਡਾ ਵਧੀਆ ਲੰਗਰ ਛਕਾਇਆ, ਸ੍ਰੀ ਹਰਗੋਬਿੰਦ 4 ਯੁੱਗ ਜਿਉਂਦੇ ਰਹਿਣ। ਕਹਿਣ ਲੱਗੇ ਵੱਡੀ ਉਮਰ ਹੋਵੇ ਜੀ। ਹਾਂਜੀ, ਉਹ ਅੰਦਰੋਂ ਆਸ਼ੀਰਵਾਦ ਤੇ ਆਪੇ ਹੀ ਨਿਕਲਣਾ ਜੀ ਜਦੋਂ ਵਧੀਆ ਚੀਜ਼ ਗਈ ਹੈ। ਹਾਂਜੀ, ਤਬ ਗੁਰੂ ਅਰਜਨ ਮਨ ਕੇ ਉਦਾਰ ਮਹਾ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ ਜਦੋਂ ਸਭਨਾਂ ਨੇ ਛਕ ਲਿਆ ਤੇ ਮਨ ਕੇ ਉਦਾਰ ਮਹਾ, ਜਿਹੜੇ ਮਨੋਂ ਬਹੁਤੇ ਹੀ ਦਿਆਲੂ ਨੇ, ਬਹੁਤੇ ਹੀ ਦਿਆਲੂ ਨੇ। ਹਾਂਜੀ, ਦਸ਼ਨਾਰ ਜਤ ਪਨ ਦੀਨ ਹੈ ਸੁਧਾਰ ਕਰ। ਫਿਰ ਮਹਾਰਾਜ ਨੇ ਦਛਣਾ ਵੀ ਦਿੱਤੀ ਸਾਰਿਆਂ ਨੂੰ ਜੀ। ਹਾਂਜੀ, ਸੁਜਸ ਉਚਾਰੇ ਸਾਰੇ ਕਹਿ ਬਿਸਤਾਰੇ ਬਹੁ। ਤੇ ਸਾਰੇ ਸਾਧ ਸੰਗਤ ਜੀ ਮਹਾਰਾਜ ਦੀਆਂ ਸਿਫਤਾਂ ਕਰਦੇ ਆ, ਗੁਰੂ ਕੇ ਲੰਗਰ ਦੀਆਂ ਸਿਫਤਾਂ ਕਰਦੇ, ਮਹਾਰਾਜ ਦੀਆਂ ਸਿਫਤਾਂ ਕਰਦੇ ਆ ਜੀ। ਹਾਂਜੀ, ਧੰਨ ਗੁਰੂ ਕੀਨੋ ਮਖ ਔਰ ਕੋ ਉਦਾਰ ਕਰ। ਤੇ ਫਿਰ ਸਾਰੇ ਕੀ ਕਹਿੰਦੇ ਆ, ਧੰਨ ਨੇ ਗੁਰੂ ਸਾਹਿਬ ਜਿਹੜੇ ਇੰਨੇ ਖੁੱਲੇ ਮਨ ਦੇ ਮਾਲਕ ਨੇ। ਬੜੀ ਖੁੱਲ੍ਹ ਦਿਲੀ ਹੈ ਸਾਧ ਸੰਗਤ ਜੀ। ਗੁਰੂ ਸਾਹਿਬ 'ਚ ਵੀ ਬੜੀ ਖੁੱਲ੍ਹ ਦਿਲੀ ਹੈ,
ਗੁਰੂ ਜੀ ਦੇ ਸਿੱਖਾਂ 'ਚ ਵੀ ਬੜੀ ਖੁੱਲ੍ਹਦਿਲੀ ਹੈ। ਤੁਸੀਂ ਵੇਖਿਆ ਹੀ ਹੈ, ਇਸ ਲੰਗਰ ਨੇ ਅਮਰੀਕਾ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਪੈ ਗਿਆ ਹੈ, ਹਰ ਸ਼ਹਿਰ ਹਰ ਕਸਬੇ ਵਿੱਚ ਗੁਰੂਦੁਆਰਾ ਹੋਣਾ ਚਾਹੀਦਾ ਹੈ। ਕਹਿਣ ਲੱਗੇ ਸਿੱਖ ਹੋਣੇ ਚਾਹੀਦੇ ਹੈ। ਇਸ ਲੰਗਰ ਨੇ ਟਰੂਡੋ ਵਰਗਿਆਂ ਨੂੰ ਵੀ ਮਨਾ ਲਿਆ ਜੀ। ਉਹ ਵੀ ਕਹਿੰਦੇ ਆ ਕਿ ਮੈਂ ਸਿੱਖਾਂ ਦੇ ਨਾਲ ਹੈਗਾ ਜੀ। ਇਹ ਮਹਾਰਾਜ ਨੇ ਸਾਨੂੰ ਵਿਰਸਾ ਦਿੱਤਾ ਜੀ। ਹਾਂਜੀ, ਦਸ਼ਨਾ ਕੋ ਲੇਂਦਿਜ ਆਸ਼ਿਖਾ ਕੋ ਦੇ ਬਹੋ, ਉਮਰ ਬਿਲੰਦ ਹੋਏ ਸੁੰਦਰ ਸੁਨੰਦ ਕੀ। ਉਹ ਜਿਹੜੇ ਬ੍ਰਾਹਮਣ ਬੈਠੇ ਉਹਨਾਂ ਨੂੰ ਇੱਛਾ ਸੀ ਵੀ ਮਹਾਰਾਜ ਮਾਇਆ ਵੀ ਦੇਣ ਸਾਨੂੰ, ਕਿਉਂ ਮਿਲਦੀ ਹੈ ਨਾ ਉਹਨਾਂ ਨੂੰ। ਮਹਾਰਾਜ ਨੇ ਫਿਰ ਉਹਨਾਂ ਨੂੰ ਮਾਇਆ ਵੀ ਦੇ ਦਿੱਤੀ ਵੀ ਕੋਈ ਨਹੀਂ, ਜੇ ਤੁਸੀਂ ਮਾਇਆ ਲੈ ਕੇ ਖੁਸ਼ ਤੇ ਮਾਇਆ ਲੈ ਲਓ। ਜਿਤੜੇ ਫਲ ਮਨ ਬਾਛੀਆਂ ਹੈ ਤਿਤੜੇ ਸਤਿਗੁਰ ਪਾਸ। ਮਹਾਰਾਜ ਗਰੀਬ ਨਵਾਜ ਮਾਇਆ ਦਿੰਦੇ ਆ, ਸਾਰੇ ਆਸ਼ੀਰਵਾਦਾਂ ਦਿੰਦੇ, ਪੁੱਤ ਦੀ ਲੰਮੀ ਉਮਰ ਹੋਵੇ। ਹਾਂਜੀ, ਕਰਤੇ ਸਤੁਤ ਆਪ ਆਪਨੇ ਸਦਨ ਗਏ। ਸਾਰੇ ਤਾਰੀਫਾਂ ਕਰਦੇ, ਜਸ ਕਰਦੇ, ਆਪੋ ਆਪਣੇ ਨਗਰਾਂ ਨੂੰ ਗਏ ਜੀ। ਫਿਰ ਪ੍ਰਿਥੀਏ ਕੋ ਭੋਜਨ ਅਚਾਇਓ ਸੰਗ ਬ੍ਰਿੰਦ ਕੀ। ਤੇ ਬਾਬੇ ਪ੍ਰਿਥੀਏ ਨੂੰ ਵੀ ਸਾਰਿਆਂ ਦੇ ਨਾਲ ਹੀ ਭੋਜਨ ਛਕਾਇਆ। ਹਾਂਜੀ, ਕਰਮੋ ਕੋ ਸਾਦਰ ਆਹਾਰ ਦੀਨੋ ਭਾਂਤ ਭਾਂਤ। ਮਾਤਾ ਗੰਗਾ ਜੀ ਨੇ ਬੜੇ ਧਿਆਨ ਨਾਲ ਬੀਬੀ ਕਰਮੋ ਜੀ ਨੂੰ ਸਭ ਪਦਾਰਥ ਛਕਾਏ ਜੀ। ਹਾਂਜੀ, ਉਪਰ ਪ੍ਰਸੰਨ ਰੀਤ ਕਪਟ ਬਿਲੰਦ ਕੀ। ਹਾਂ, ਉਹ ਉੱਤੋਂ ਤੇ ਪ੍ਰਸੰਨ ਨੇ ਜੀ, ਅੰਦਰੋਂ ਰੀਤ ਕਪਟ ਵਾਲੀ ਹੈ ਜੀ। ਉੱਤੋਂ ਖੁਸ਼ ਹੋਏ ਜੀ ਉਹ। ਹਾਂਜੀ, ਮਹਾਦੇਵ ਮਹਾਮੋਦ ਸ਼੍ਰੀ ਹਰਗੋਬਿੰਦ ਗੋਦ ਐਚ ਕੈ। ਤੇ ਸਾਧ ਸੰਗਤ ਜੀ ਬਾਬਾ ਮਹਾਦੇਵ ਜੀ ਤੇ ਬਹੁਤੇ ਹੀ ਪ੍ਰਸੰਨ ਹੋਏ। ਘਰ ਜਾਣ ਲੱਗਿਆ ਨਾ ਛੇਵੇਂ ਪਾਤਸ਼ਾਹ ਨੂੰ ਗੋਦ 'ਚ ਚੁੱਕਿਆ ਉਹਨਾਂ ਨੇ ਜੀ। ਹਾਂਜੀ, ਐਚ ਕੈ ਅਸਨ ਕੋ ਮਰਿਆਦ ਜਿਉ ਬਿਲੰਦ ਕੀ। ਗੱਜ ਕੇ ਆਖੋ। ਤੇ ਫਿਰ ਜਿਵੇਂ ਵੱਡੇ ਕਰਦੇ ਆ ਉਹ ਮਰਿਆਦਾ ਕੀਤੀ ਜੀ। ਸਾਰੀ ਮਾਇਆ ਦਿੱਤੀ, ਹੋਰ ਪਦਾਰਥ ਦਿੱਤੇ ਛੇਵੇਂ ਪਾਤਸ਼ਾਹ ਜੀ ਨੂੰ ਜੀ ਉਹਨਾਂ ਨੇ। ਹਾਂਜੀ, ਦੋਹਰਾ ਮਹਾਦੇਵ ਗੁਰਦੇਵ ਸੁਤ ਅਹਮੇਵ ਜਿਸ ਨਾਹੇ। ਆਖੋ ਵਾਹਿਗੁਰੂ। ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਕਵੀ ਸੰਤੋਖ ਸਿੰਘ ਲਿਖਦੇ ਆ, ਬਾਬਾ ਮਹਾਦੇਵ ਗੁਰੂ ਰਾਮਦਾਸ ਜੀ ਦੇ ਪੁੱਤਰ ਨੇ ਤੇ ਉਹਨਾਂ ਦੇ ਮਨ ਵਿੱਚ ਹੰਕਾਰ ਨਹੀਂ ਹੈਗਾ। ਕਹਿਣ ਲੱਗੇ ਹਾਂਜੀ, ਗੁਰਤਾ ਗੁਰ ਨਿਜ ਅਨੁਜ ਕੀ ਪੇਖਨ ਪ੍ਰਸੰਨ ਮਨ ਮਾਹੇ। ਹਾਂ, ਉਹ ਆਪਣੇ ਛੋਟੇ ਭਰਾ ਨੂੰ ਗੁਰਤਾ ਗੱਦੀ ਤੇ ਬੈਠਿਆਂ ਵੇਖ ਕੇ ਖੁਸ਼ ਹੁੰਦੇ ਆ ਜੀ ਵੀ ਬਹੁਤ ਵਧੀਆ ਕੰਮ ਤੁਰਿਆ। ਉਸੇ ਤਰ੍ਹਾਂ ਸੰਗਤਾਂ ਆ ਰਹੀਆਂ ਨੇ, ਹਰਿਮੰਦਰ ਸਾਹਿਬ ਦਾ ਨਿਰਮਾਣ ਹੋਇਆ, ਉਹ ਖੁਸ਼ ਹੁੰਦੇ ਨੇ ਜੀ ਵੇਖ ਕੇ। ਹਾਂਜੀ, ਨੰਦਨ ਆਪਨ ਮਿਨੰਦ ਲਖ ਹਰ ਗੋਬਿੰਦ ਸੁਖ ਕੰਦ। ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣਾ ਪੁੱਤਰ ਹੀ ਸਮਝਦੇ ਆ ਵੀ ਮੇਰੇ ਭਰਾ ਦਾ ਪੁੱਤਰ ਮੇਰਾ ਹੀ ਪੁੱਤਰ ਹੈ। ਹਾਂਜੀ, ਧਰਤ ਆਨੰਦ ਬਿਲੰਦ ਕੋ ਪੇਖ ਚਕੋਰ ਜਿਮ ਚੰਦ। ਉਹ ਫਿਰ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਆ। ਕਿਵੇਂ ਖੁਸ਼ ਹੁੰਦੇ ਆ? ਜਿਵੇਂ ਚਕੋਰ ਚੰਦ ਨੂੰ ਵੇਖ ਕੇ ਖੁਸ਼ ਹੁੰਦੀ ਹੈ ਜੀ। ਬਾਬਾ ਮਹਾਦੇਵ ਜੀ ਖੁਸ਼ ਹੁੰਦੇ ਆ ਜੀ। ਮਹਾਰਾਜ ਦੇ ਤਾਇਆ ਜੀ ਨੇ ਜੀ ਇਹ ਵੀ ਛੇਵੇਂ ਪਾਤਸ਼ਾਹ ਜੀ ਦੇ ਜੀ। ਹਾਂਜੀ, ਸੋਰਠਾ ਹਿਰਦੈ ਮੁਦਤ ਅਤ ਹੋਏ ਅਧਿਕ ਮੁਦਤ ਕਰ ਅਨੁਜ ਕੋ। ਗੱਜ ਕੇ ਆਖੋ। ਤੇ ਬਹੁਤ ਖੁਸ਼ੀ ਵਾਲੇ ਬੋਲ ਬੋਲੇ ਜਾਣ ਲੱਗਿਆ ਜੀ। ਮਹਾਰਾਜ ਨੂੰ ਬੜਾ ਖੁਸ਼ ਕੀਤਾ ਬਾਬਾ ਮਹਾਦੇਵ ਜੀ ਨੇ ਜੀ। ਜਸ ਬਿਸਤੀਰਤ ਸੋਏ ਸਦਨ ਗਇਓ ਨਰ ਸੰਗ ਕੁਸ਼। ਕੁਝ ਮਨੁੱਖ ਜਿਹੜੇ ਬਾਬਾ ਮਹਾਦੇਵ ਜੀ ਦੇ ਨਾਲ ਰਹਿੰਦੇ ਸਨ, ਉਹ ਫਿਰ ਬਾਬਾ ਜੀ ਦੇ ਨਾਲ ਤੁਰ ਪਏ। ਬਾਬਾ ਮਹਾਦੇਵ ਜੀ ਵੀ ਆਪਣੇ ਘਰ ਚਲੇ ਗਏ ਜੀ। ਹਾਂਜੀ, ਸੁਨ ਸੁਨ ਆਵਤ ਧਾਏ ਸਗਰੇ ਨਰ ਗੁਰ ਨਰਨ ਨਗਰ ਕੇ। ਸਾਰੀ ਦਿਹਾੜੀ ਲੋਕ ਆਉਂਦੇ ਰਹੇ ਜੀ ਪ੍ਰਸ਼ਾਦਾ ਛਕਣ ਵਾਸਤੇ। ਹਾਂਜੀ, ਬਾਂਸ਼ਤ ਭੋਜਨ ਖਾਏ ਕਰਤ ਸਤੁਤ ਗਮਨੇ ਸਦਨ। ਤੇ ਸਾਧ ਸੰਗਤ ਜੀ ਫਿਰ ਪ੍ਰਸ਼ਾਦਾ ਛਕ ਕੇ ਸਿਫਤਾਂ ਕਰਦੇ ਹੋਏ ਸਾਰੇ ਗਏ ਜੀ। ਫਿਰ ਜੀ ਵੀ ਬੜੇ ਕਮਾਲ ਦਾ ਲੰਗਰ ਛਕਾਇਆ ਮਹਾਰਾਜ ਨੇ। ਹਾਂਜੀ, ਬਾਜੇ ਬਾਜਹਿ ਵਿਸਾਲ ਅੰਮ੍ਰਿਤ ਵੇਲਾ ਹੋਤ ਹੀ। ਬਾਜੇ ਬਜਹਿ ਵਿਸਾਲ ਅੰਮ੍ਰਿਤ ਵੇਲਾ ਹੋਤ ਹੀ। ਕਹਿੰਦੇ ਜਦੋਂ ਅੰਮ੍ਰਿਤ ਵੇਲਾ ਰੋਜ਼ ਹੋ ਜਾਂਦਾ ਹੈ, ਗੁਰੂ ਘਰ ਵਿੱਚ ਬਾਜੇ ਵੱਜਣ ਲੱਗ ਪੈਂਦੇ ਹੈ, ਕੀਰਤਨ ਸ਼ੁਰੂ ਹੋ ਜਾਂਦਾ ਹੈ।
ਹਾਂਜੀ। ਸੰਧਿਆ ਲਗ ਸੁਖ ਨਾਲ ਲਗ ਦੁੰਦ ਭਿਸ ਨਫੀਰ ਗਨ। ਸੰਧਿਆ ਤੱਕ ਫਿਰ ਕਦੀ ਛੈਣਿਆਂ ਨਾਲ ਕੀਰਤਨ ਹੋਣ ਲੱਗ ਪੈਂਦਾ ਹੈ, ਕਦੀ ਤੂਤੀਆਂ ਵੱਜਣ ਲੱਗ ਪੈਂਦੀਆਂ ਨੇ। ਸ਼ਾਮ ਤੱਕ ਫਿਰ ਕੀਰਤਨ ਹੁੰਦਾ ਹੈ ਦਰਬਾਰ ਸਾਹਿਬ ਵਿੱਚ ਜੀ। ਹਾਂਜੀ। ਮਚਹਿ ਕੋਲਾਹਲ ਜਾਲ ਫੈਲਤ ਜਸ ਸਤਿਗੁਰ ਮਹਿਤ। ਦਿਨੋਂ ਦਿਨ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਜਸ ਹੈ, ਵਡਿਆਈ ਹੈ, ਉਹ ਇਸ ਤਰੀਕੇ ਨਾਲ ਵੱਡੀ ਹੋਈ ਜਾ ਰਹੀ ਹੈ, ਵੱਡੀ ਹੋਈ ਜਾ ਰਹੀ ਹੈ। ਮਹਾਰਾਜ ਦਾ ਜਸ ਦਾ ਸ਼ੋਰ ਮਚ ਗਿਆ ਆਸੇ ਪਾਸੇ ਜੀ, ਗੂੰਜਾਂ ਪੈ ਗਈਆਂ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਦੀਆਂ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਲੈਨੋ ਦੇਨ ਵਿਸਾਲ ਹੋਤ ਗੁਰੂ ਦਰਬਾਰ ਮਹਿ। ਬਹੁਤ ਵੱਡਾ ਲੈਣ ਦੇਣ ਸੰਗਤਾਂ ਦਾ ਚੱਲਦਾ ਹੈ, ਆ ਰਹੇ ਨੇ ਜਾ ਰਹੇ ਨੇ, ਕੋਈ ਚੜਾ ਰਿਹਾ ਕੋਈ ਲੈ ਰਿਹਾ। ਸੋ ਲੈਣ ਦੇਣ ਬੜਾ ਵੱਡਾ ਹੋ ਰਿਹਾ, ਬੜਾ ਵੱਡਾ ਲੰਗਰ ਲਵਾਇਆ ਗੁਰੂ ਅਰਜਨ ਸਾਹਿਬ ਜੀ ਨੇ। ਬਹੁਤ ਕੁਝ ਬਣਿਆ, ਸਿੱਖਾਂ ਨੇ ਛਕਿਆ। ਧੰਨ ਹੈ ਗੁਰੂ ਅਰਜਨ ਸਾਹਿਬ। ਪਤਾ ਹੈ ਬਾਬੇ ਪ੍ਰਿਥੀਏ ਨੇ ਮਾਰਨ ਦੇ ਵੀ ਯਤਨ ਕੀਤੇ ਆ, ਫਿਰ ਵੀ ਉਹਨਾਂ ਨੂੰ ਸਤਿਕਾਰ ਨਾਲ ਸੱਦ ਕੇ ਪ੍ਰਸ਼ਾਦਾ ਪਾਣੀ ਛਕਾਇਆ ਜੀ। ਇਹ ਮਹਾਰਾਜ ਹੀ ਕਰ ਸਕਦੇ ਆ, ਦੂਜਾ ਬੰਦਾ ਕਿੱਥੋਂ ਕਰ ਸਕਦਾ ਹੈ? ਜ਼ਬਰਦਸਤੀ ਮਨ ਚੀਰ ਖਾ ਜਾਂਦੀ ਹੈ। ਸੋ ਮਹਾਰਾਜ ਕਿਰਪਾ ਕਰਨ, ਗੁਰੂ ਸਾਹਿਬ ਦੀ ਵੱਡੀ ਵਡਿਆਈ ਸਾਡੇ ਹਿਰਦਿਆਂ 'ਚ ਵਸੇ। ਆਓ ਪਿਆਰ ਨਾਲ ਪੰਕਤੀ ਪੜੋ, ਫਿਰ ਦਾਸ ਖਿਮਾ ਮੰਗੇ, ਕੋਈ ਰਸਨਾ ਵਾਂਝੀ ਨਾ ਰਹੇ। ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੁਰੂ ਅਰਜਨ ਸਾਹਿਬ ਆਪ ਰੱਬ ਹਨ, ਆਪ ਪਰਮੇਸ਼ਰ ਹਨ। ਅੰਮ੍ਰਿਤ ਬਚਨ ਬੋਲਦੇ ਆ, ਸਿੱਖਾਂ ਦੇ ਹਿਰਦੇ ਠਾਰ ਦਿੰਦੇ ਆ। ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੱਜ ਕੇ ਸਤਿਗੁਰ ਦੇਵ ਸਤਿਗੁਰ ਦੇਵ ਪਰਤਖ ਹਰ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਸਾਹਿਬ ਆਪ ਪ੍ਰਤੱਖ ਹਨ, ਪਰਮੇਸ਼ਰ ਹਨ, ਅੰਮ੍ਰਿਤ ਬਚਨ ਸੁਣਾਉਂਦੇ ਹਨ। ਇਹ ਬਚਨ ਅਸੀਂ ਸਦਾ ਹੀ ਸੁਣਦੇ ਰਹੀਏ। ਮਹਾਰਾਜ ਸਾਡੇ ਤੇ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।